पिता जी सर्ब कला समरथ डोलण ते रखो प्रभु नानक दे कर हथ दीन दर्द दुख पंजना घट घट नाथ अनाथ शरण तुम्हारी आयो नानक के प्रभ साथ बेशुमार अथा अगणत अतुल्य ज्यों बुलावो त्यों नानक दास बोले ज्यों बुलावो त्यों नानक दास बोले। वाहिगुरु जी का खालसा वाहिगुरु जी की फतेह। गज वज के आखो जी वाहिगुरु जी का खालसा वाहिगुरु जी की फतेह। अपना नाम जपाओ अपना नाम जपाओ अपना देहो अपना नाम देहो अपना नाम देहो मोहे परदेसन दूर ते आई मोहे परदेसन दूर ते आई मोहे अपना नाम जपाओ अपना नाम जपाओ अपना ਜਿਹੜਾ ਪਰਦੇਸਨ ਸ਼ਬਦ ਆ ਪੜ੍ਹਦੇ ਆ ਸੁਣਦੇ ਆ ਕਦੇ ਵਿਚਾਰੇ ਆ ਵੀ ਕਦੇ ਨਹੀਂ ਕਹਿੰਦੇ ਮਹਾਰਾਜ ਮੋਹੇ ਪਰਦੇਸਨ ਦੂਰ ਤੇ ਆਈ आखो है तुसी पुत्र अच्छा ये जीवात्मा दूर तो कितों आई कई जोनियां चो पता लग गया कई जोनियां च फिरदी 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 इस मनुखा दे जाई इत्थों तक भी गुरबाणी च लिखिया भी मैं निराश भी हो गई हाँ। एक बंदा जिन्हों चीज लभे ना जो कहते करते जिहड़ी चीज वो लभण आई हुई लभे ना ते आपां कहने वो बंदा निराश। कई बार दुनिया च आई मगर जिन्हों लभण आई सी किनू गोबिंद किनू जी उच्ची बोलो मिलिया नहीं ते निराश पई निराशी बहुत दिन लग गए बड़े दिन लगे कई फेरे पे साहब की बाणी च भी इस तरह लिखा बहुते फेर पे किरपन को अब किश मंगया की हो दयाल दर्शन दिओ अपना इत्थे हो दयाल क्योंकि करन किधर आई ताड़ा ते मेरा मकसद सारियां दा ओदे दीदार ने आखो वाहिगुरू ओदे दीदार तो बिना अगला दिन फिर जाना जिदन दर्शन हुंदे जिंद नूं ते उदन जन्म मरण दुख जाए लिखिया दर्शन परसी है गुरु के उदन जमन ते मरण दे गेड़े दे उत्ते कांटा वजदा भी अज तो तेरा जन्म मरण नहीं तेनू दीदार ते तुसी कहो असीं रोज करदे हां आखो वाहिगुरू उच्ची बोलो ना असीं कत्ते जे कीते जे ना मेरा सतगुरु पातशाह एक बड़े प्यारे विवेक वचन बोलदे सतगुरु नूं सब को देखदा आ वेखो किन्नी लैन लगी तुसी करके बैठे हो कुछ करन नूं आ रहे ने जां जदों साहिब गुरु ग्रंथ साहिब महाराज पातशाह दो जहान दे मालिक जी
ਕਿਤੇ ਗੱਡੀ 'ਚ ਜਾਂਦੇ ਨੇ, ਕਿਸੇ ਦੇ ਘਰ ਸ਼ਰਧਾਲੂ ਦੇ ਜਾਂਦੇ ਨੇ, ਚੌਰ ਹੋ ਰਿਹਾ ਹੁੰਦਾ ਹੈ, ਕਾਲਾ ਵੀ ਵੇਖਦਾ ਹੈ, ਗੋਰਾ ਵੀ ਵੇਖਦਾ ਹੈ, ਚੀਨਾ ਵੀ ਵੇਖਦਾ ਹੈ, ਗਰੀਬ ਅਮੀਰ ਸਾਰੇ ਸਭ ਨੂੰ ਵੇਖਦੇ। ਕੀ ਉਹਨਾਂ ਦੀ ਮੁਕਤੀ ਹੋ ਗਈ? ਬੋਲੋ ਨਾ ਜੀ। ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਅੱਗੇ ਪੜੋ ਮੇਰੇ ਭੈਣ ਭਰਾ ਸਾਰੇ। ਜਿੱਠੇ ਦੇਖਿਆ ਮੁਕਤੀ ਨਹੀਂ, ਦਰਸ਼ਨ ਦੇਖਿਆ ਦਇਆ ਨਾ ਹੋਏ। ਅੱਖ ਵਾਹਿਗੁਰੂ ਇਹਦੇ ਵਿੱਚ ਆ ਕੁਛ ਜਿਹੜਾ ਜੰਮਣ ਮਰਨ ਘਟਦਾ ਹੈ। ਤੁਹਾਡੇ ਕੋਲ ਸੰਤਰੇ ਬਹੁਤ ਨੇ। ਅੱਖ ਵਾਹਿਗੁਰੂ ਉੱਚੀ ਬੋਲੋ। ਇਹ ਆਖਿਆ ਮਗਰ ਸੰਤਰਿਆਂ ਨੂੰ ਤੁਸੀਂ ਚਿੱਥ ਕੇ ਭੁੱਖ ਨਹੀਂ ਮਿਟਾ ਸਕਦੇ। ਉਹਦਾ ਜੂਸ ਕੱਢ ਕੇ ਬੋਲੋ ਪੀਣਾ ਪੈਣਾ। ਇਹ ਅੱਖਰ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਆ, ਇਹਦੇ ਵਿੱਚ ਕੋਈ ਜੂਸ ਹੈ ਜਿਹਨੂੰ ਪੀਣਾ ਹੈ। ਪਤਾ ਲੱਗਾ ਕਿ ਨਹੀਂ ਜੀ? ਜੇ ਤੇ ਉੱਤਰੇ ਦੇ ਅੱਗੇ ਤੁਰਾਂ ਇਹਨਾਂ ਅੱਖਰਾਂ ਦੇ ਇਹ ਜਵਾਬ ਮੁੜ ਕੇ ਕਿਉਂ ਆਉਂਦੀ ਹੈ? ਬੁਲਾਇਓ ਜਰਾ ਸੇਵਾਦਾਰ ਨੂੰ ਕਿਸੇ ਨੂੰ, ਜਾਂ ਤੂੰ ਬੁਲਾ ਕੇ ਉਹਨੂੰ ਕਹਿਣ ਠੀਕ ਕਰੋ। ਆਖੋ ਵਾਹਿਗੁਰੂ ਗੱਜ ਕੇ ਬੋਲੋ। ਡਿੱਠੇ ਮੁਕਤ ਨਾ ਹੋਈ ਜਿਚਰ ਸ਼ਬਦ ਨਾ ਕਰੇ ਵਿਚਾਰ। ਉੱਤੇ ਆਇਆ ਸ਼ਬਦ ਦੀ ਵਿਚਾਰ ਬੜੀ ਜ਼ਰੂਰੀ ਹੈ। ਉਤਰਾ ਮੁਕਤੀ ਨਹੀਂ ਹੋਣੀ। ਇਸ ਤਰ੍ਹਾਂ ਤੇ ਫਿਰ ਸਤਿਗੁਰੂ ਨੂੰ ਲਿਖਿਆ ਹੈ, ਸਤਿਗੁਰੂ ਨੂੰ ਸਭ ਕੁਝ ਦੇਖਦਾ, ਸਾਰਿਆਂ ਨੇ ਵੇਖਿਆ। ਜੇਤਾ ਕਿਸੇ ਨੇ ਜੇ ਇੱਥੇ ਆਣ ਕੇ ਨਹੀਂ ਵੇਖਿਆ ਤੇ ਹਰਿਮੰਦਰ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦਾ ਚੈਨਲ ਸਾਰੀ ਦੁਨੀਆ ਤੇ ਜਾਂਦਾ ਹੈ, ਤੇ ਉੱਥੇ ਵੇਖਦੇ ਵੀ ਚੌਰ ਕਿਤੇ ਹੋ ਰਿਹਾ, ਮਹਾਰਾਜ ਤੇ ਹੋ ਰਿਹਾ, ਮਹਾਰਾਜ ਦੇ ਸਰੂਪ ਦੇ ਦੀਦਾਰ ਹੋ ਰਹੇ। ਮਗਰ ਜਵਾਬ ਵੀ ਉਸੇ ਮਾਲਕ ਨੇ ਦਿੱਤਾ ਜਿਹਦੇ ਦਰਸ਼ਨ ਕਰਨੇ ਨੇ। ਲੋਕੋ ਡਿੱਠੇ ਉੱਚੀ ਬੋਲੋ। ਜਿਚਰ ਸ਼ਬਦ ਦੀ ਵਿਚਾਰ ਜ਼ਰੂਰੀ ਆ ਵੀ ਸ਼ਬਦ ਕਹਿੰਦਾ ਕੀ ਹੈ। ਆਖੋ ਵਾਹਿਗੁਰੂ। ਇਹ ਜਿਹੜਾ ਥਾਲ ਵਿੱਚ ਤਿੰਨ, ਤੁਸੀਂ ਕਦੇ ਵਿਚਾਰਿਆ ਮੇਰੇ ਪੁੱਤਰ ਨੇ ਥਾਲ ਕਿਹਨੂੰ ਕਿਹਾ? ਇਹ ਵਿਚਾਰ ਵੀ ਮੈਨੂੰ ਪਤਾ ਤੇ ਹੋਵੇ ਜੋ ਮੈਂ ਪੜ੍ਹਦਾ ਉਹ ਹੈ ਕੀ, ਗੱਲ ਕੀ ਹੈ। ਜੋ ਮੈਂ ਰੋਜ਼ ਪੜ੍ਹਦਾ ਵੀ ਥਾਲ ਵਿੱਚ ਤਿੰਨ, ਤੇ ਮੈਂ ਕਦੀ ਚੇਤਨਤਾ ਚ ਨਹੀਂ। ਉਦਨ ਵੀ ਵਚਨ ਕੀਤਾ ਸੀ ਇੱਕ ਅਚੇਤ ਸ਼ਬਦ ਹੈ ਕਿ ਨਿਆਣਾ ਹੈ। ਨਿਆਣੇ ਨੂੰ ਸਿਖਾਇਆ ਜਾ ਸਕਦਾ ਹੈ, ਅਚੇਤ ਨੂੰ ਸਿਖਾਇਆ ਨਹੀਂ ਜਾ ਸਕਦਾ। ਉਹ ਜਾਣ ਬੁੱਝ ਕੇ ਅਚੇਤ ਹੋ ਗਿਆ ਵੀ ਮੈਂ ਸਮਝਣਾ ਹੀ ਨਹੀਂ। ਗੁਰਦੁਆਰੇ ਆਉਣਾ ਹੈ, ਮੱਥਾ ਟੇਕਣਾ, ਗੋਲ ਵਿੱਚ ਪੈਸੇ ਪਾਉਣੇ, ਰੁਮਾਲ ਚੜਾਉਣੇ। ਆਖੋ ਵਾਹਿਗੁਰੂ। ਇਹ ਕਿਰਿਆਵਾਂ ਚ ਇਨਸਾਨ ਉਲਝ ਗਿਆ ਹੈ। ਜਿਹੜੀ ਗੱਲ ਕਰਨ ਆਇਆ ਸੀ, ਵਿਚਾਰ ਕਰਨ ਆਇਆ ਸੀ, ਬਾਣੀ ਵਿਚਾਰੀਏ ਜੀਓ। ਬੋਲੋ ਲਿਖਿਆ ਜੀ ਬਾਣੀ ਉੱਚੀ ਬੋਲੋ। ਹੁਣ ਵਿਚਾਰ ਦਾ ਭੋਜਨ ਕਿੰਨੇ ਖਾਣਾ ਹੈ? ਇੱਕ ਕਿਤਾਬ ਕਿਸੇ ਨੇ ਲਿਖੀ ਕਿਸਮਤ ਰੂਲੀ ਪਾਤਸ਼ਾਹੀ, ਅਜਮੇਰ ਸਿੰਘ ਨੇ ਲਿਖੀ। ਆਖੋ ਵਾਹਿਗੁਰੂ। ਸਰਦਾਰ ਅਜਮੇਰ ਸਿੰਘ ਨੇ ਇੱਕ ਕਿਤਾਬ ਲਿਖੀ ਆ ਬੱਚਿਓ ਭੈਣੋ, ਕਿਸਮਤ ਰੂਲੀ ਪਾਤਸ਼ਾਹੀ। ਜਿਹੜੀ ਸਾਨੂੰ ਪਾਤਸ਼ਾਹੀ ਇਹ ਗਰੀਬ ਸਿੱਖਣ ਕੋ ਦੇਉ, ਜਿਹੜੀ ਪਾਤਸ਼ਾਹੀ ਦੇ ਕੇ ਗਿਆ ਸੀ ਸਾਨੂੰ ਵੀ ਤੁਸੀਂ ਕੀ ਹੋ ਪਾਤਸ਼ਾਹ। ਰੁਲੇ ਕਿਉਂ ਨੇ? ਰੁਲੇ ਇਸ ਕਰਕੇ ਹੈ ਬਾਣੀ ਤੇ ਪਹਿਲੀ ਗੱਲ ਤਾਂ 97% ਪੜ੍ਹਦੇ ਨਹੀਂ। ਹੁਣ ਜਿਨ੍ਹਾਂ ਨੂੰ ਆਪਾਂ 2 ਕਰੋੜ ਕਹਿੰਦੇ ਆ ਨਾ ਵੀ 2 ਕਰੋੜ ਅਸੀਂ ਕੀ ਹਾਂ ਸਿੱਖ, ਉਹਨਾਂ ਚੋਂ 97% ਕੌੜਾ ਸੱਚ ਆ। ਇੰਗਲੈਂਡ ਦੇ ਇੱਕ ਰਸਾਲੇ ਨੇ ਲਿਖਿਆ। ਆਖੋ ਵਾਹਿਗੁਰੂ। ਉਹ ਕਹਿੰਦਾ 97% ਲੋਕ ਸਤਿਗੁਰੂ ਦੀ ਬਾਣੀ ਪੜ੍ਹਨ ਨੂੰ ਹਟ ਗਏ ਨੇ, ਤੇ ਜੈ ਤਨ ਬਾਣੀ ਫਿਰ ਜਿਉਂ ਪੱਕਾ ਰੋਗੀ। ਘਰਾਂ ਦੀਆਂ ਕਹਾਣੀਆਂ ਜੇ, ਰੋਗੀਆਂ ਵਾਂਗੂ ਲੋਕ ਰੋ ਰਹੇ ਜੇ ਧੀ ਵਿਆਹੁੰਦੇ ਤਾਂ ਸਿਆਪਾ, ਪੁੱਤ ਵਿਆਹੁੰਦੇ ਤਾਂ ਸਿਆਪਾ। ਮਾਫ ਕਰਨਾ ਸ਼ਬਦ ਇਸ ਤਰ੍ਹਾਂ ਦੇ ਆ। ਤੀਸਰੇ 3 ਦਿਨ ਤੱਕ ਤਰੇੜਾਂ ਪੈ ਜਾਂਦੀਆਂ ਰਿਸ਼ਤਿਆਂ 'ਚ। ਉਹਦਾ ਕਾਰਨ ਤਾਂ ਇਹੀ ਆ, ਤੁਸੀਂ ਤੇ ਮੈਂ ਬਾਣੀ ਨੂੰ ਆਣ ਕੇ ਮੱਥਾ ਟੇਕਿਆ, ਵਿਚਾਰੀ ਨਹੀਂ। ਆਖੋ ਵਾਹਿਗੁਰੂ। ਹੁਣ ਇੱਕ ਸਧਾਰਨ ਸ਼ਬਦ ਆ ਵੀ ਥਾਲ ਵਿੱਚ 3, ਤੇ ਮੈਨੂੰ ਬੱਚੇ ਨੂੰ ਪੁੱਛਿਆ, ਮੈਂ ਚਲੋ ਮੂੰਹ ਤੇ ਨਹੀਂ ਕਹਿੰਦਾ, ਕੰਡਾ ਵੱਜਦਾ, ਨਿਆਣਾ ਹੈ, ਪਰ ਇਹਨਾਂ ਦੇ ਉੱਤੇ ਬਖਸ਼ਿਸ਼ ਹੈ ਜਿਹਨਾਂ ਨੇ ਐਸ ਉਮਰ 'ਚ ਬਾਣੇ ਪਾਏ, ਕੋਈ ਐਵੇਂ ਨਹੀਂ। ਆਖੋ ਵਾਹਿਗੁਰੂ। ਭਾਈ ਨੰਦ ਲਾਲ ਸਾਹਿਬ ਕਹਿੰਦੇ ਜਿਹੜੇ ਐਸ ਉਮਰ 'ਚ ਰੱਬ ਵੱਲ ਨੂੰ ਮੂੰਹ ਕਰ ਲੈਂਦੇ, ਉਹ ਸੀਰ ਤੇ ਪਕੰਬਰੀ, ਸੀਰਤ ਮਨੇ ਸੁਭਾਅ,
ਜਿਹੜੇ ਇਸ ਉਮਰ 'ਚ ਰੱਬ ਵੱਲ ਨੂੰ ਮੂੰਹ ਕਰ ਲੈਂਦੇ ਨੇ ਉਹ ਪਕੰਬਰਾਂ ਦੇ ਮਹਾਂਪੁਰਸ਼ਾਂ ਦੇ ਸੁਭਾਅ ਵਾਲੇ ਜੀ ਹੁੰਦੇ, ਜਿਹੜੇ ਇਸ ਉਮਰ 'ਚ ਰੱਬ ਵੱਲ ਨੂੰ ਮੂੰਹ ਕਰ ਲੈਂਦੇ। ਆਹ ਉਮਰ ਦੇ ਵਿੱਚ ਵੀ ਬੱਚੇ ਵਿਗੜੇ ਨੇ ਬੜੇ, ਮਗਰ ਜਿਨ੍ਹਾਂ ਦੇ ਭਾਗ ਖੁੱਲ੍ਹ ਗਏ, ਜਿਹੜੇ ਰੱਬ ਵੱਲ ਤੁਰ ਪਏ। ਆਹ ਵੀ ਕੁੜੀਆਂ ਹੈਗੀਆਂ, ਬੱਚੀਆਂ ਹੈਗੀਆਂ ਜਿਨ੍ਹਾਂ ਨੇ ਦਿਮਾਲੇ ਸਜਾਏ ਆ, ਉਹ ਵੀ ਬੱਚੇ ਹੈਗੇ ਆ ਜਿਨ੍ਹਾਂ ਨੂੰ ਰੱਬ ਦੇ ਬਾਰੇ ਹੂ ਕੇਅਰ। ਕੌਣ ਨੇ ਰੱਬ? ਕੌਣ ਹੁੰਦਾ ਗੁਰੂ ਗੋਬਿੰਦ ਸਿੰਘ ਦੀ ਮਰਿਆਦਾ? ਕੀ ਹੁੰਦੇ ਦਿਮਾਲੇ? ਆਖੋ ਵਾਹਿਗੁਰੂ। ਪਤਾ ਲੱਗ ਗਿਆ ਜੀ ਮੇਰੇ ਮਕਸਦ ਦਾ। ਅੱਗੇ ਤੁਰਾਂ। ਥਾਲ ਵਿੱਚ ਕੋਈ ਹੱਥ ਖੜਾ ਕਰ ਦੋ, ਥਾਲ ਦਾ ਮਤਲਬ ਕਿਸੇ ਨੂੰ ਪਤਾ ਹੋਵੇ? ਅੱਛਾ, ਕੌਣ ਬੋਲਿਆ ਹੈ? ਤੁਸੀਂ ਬੋਲਿਆ? ਅੱਛਾ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਥਾਲ ਨੇ, ਇਹ ਪਰੋਸਿਆ ਥਾਲ ਆ। ਇਹਦੇ 'ਚ ਬੜਾ ਬਾ ਕਮਾਲ ਭੋਜਨ ਬਣਿਆ ਹੈ। ਤੇ ਕਮਾਲ ਦੀ ਗੱਲ ਆ, ਭੋਜਨ ਬਣਾਉਣ ਵਾਲਾ ਭਗਤ ਕਬੀਰ ਹੈ, ਜਿਹਨੂੰ ਪਤਾ ਭੋਜਨ ਕਿਹਨੂੰ ਕਹਿੰਦੇ ਆ। ਆਖੋ ਵਾਹਿਗੁਰੂ। ਜਿਹਨੂੰ ਭੋਜਨ ਐਵੇਂ ਨਹੀਂ ਇੱਧਰ ਉੱਧਰ ਦੀਆਂ ਚੀਜ਼ਾਂ ਚੁੱਕ ਕੇ, ਇੱਕ ਇੱਕ ਵਚਨ ਕਿ ਆਕਲ ਅਲਾਮੇ, ਇਹ ਸਹਿਬ ਕਲਾਮ ਆ ਬਾਣੀ। ਇਹਦੇ ਵਿੱਚ ਕੋਈ ਊਣਤਾਈ ਦੁਨੀਆ ਦੀ ਤਾਕਤ ਕੱਢ ਨਹੀਂ ਸਕਦੀ। ਇਸ ਤਰ੍ਹਾਂ ਦਾ ਭੋਜਨ ਆ ਇਹ। ਪਤਾ ਲੱਗਾ ਪੁੱਤ? ਇਸ ਤਰ੍ਹਾਂ ਦਾ ਭੋਜਨ ਜਿਹਦੇ 'ਚ ਕੋਈ ਨਾ 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 ਨਾ, ਐ ਪਰਫੈਕਟ ਪੱਕਾ ਤੇ ਸਵਾਦਲਾ ਭੋਜਨ। ਜਿਨ ਚਾਖਿਆ ਤਿਨ ਆਇਆ ਸਵਾਦ। ਜਿਨ੍ਹਾਂ ਜਿਨ੍ਹਾਂ ਚੱਖ ਕੇ ਵੇਖਿਆ, ਜਿਨ ਬੂਝਿਆ ਤਿਨ ਆਇਆ। ਜਿਨ੍ਹਾਂ ਨੇ ਚੱਖ ਕੇ ਸੇ ਜਨ ਅਗਾਨੇ, ਪੂਰਨ ਪੁਰਖ ਨਾਹੀਂ ਡੁਲਾਨੇ। ਡੋਲਦੇ ਹੀ ਨਹੀਂ ਜਿਨ੍ਹਾਂ ਨੇ ਇਹ ਭੋਜਨ ਖਾਧਾ। ਬੰਦ ਬੰਦ ਕੱਟੇ ਗਏ। ਆਖੋ ਵਾਹਿਗੁਰੂ। ਕੀ ਆਖਿਆ? ਚਰਖੜੀਆਂ ਤੇ ਚੜ੍ਹ ਗਏ। ਮਗਰ ਜਿਨ੍ਹਾਂ ਇਹ ਭੋਜਨ ਖਾਂਦਾ ਸੀ ਸੱਚਮੁੱਚੀ ਚਰਖੜੀ ਦੇ ਚੜ੍ਹੇ ਵੀ ਜਪਜੀ ਸਾਹਿਬ ਪੜ੍ਹਦੇ ਰਹੇ। ਉਹ ਕਹਿੰਦਾ ਮੈਂ ਚਰਖੜੀ ਦੇ ਤਿੰਦਿਆਂ ਨਾਲ ਤੁਹਾਨੂੰ ਅਡਾਉਣਾ ਹੈ। ਉਹ ਕਹਿੰਦਾ ਮੈਂ ਭੋਜਨ ਖਾ ਰਿਹਾ, ਵਿਹਲਾ ਨਹੀਂ ਤੇਰੀ ਗੱਲ ਸੁਣਨ ਨੂੰ। ਆਰੇ ਥੱਲੇ ਬੈਠਾ ਕਹਿੰਦਾ ਸੀ ਤੂੰ ਆਪਣਾ ਆਰਾ ਤਿੱਖਾ ਕਰ ਲਾ, ਮੈਂ ਆਪਣਾ ਮਨ ਤਿੱਖਾ ਕਰ ਲਾਂ। ਉਹ ਕਹਿੰਦਾ ਸੀ ਮੈਂ ਆਰਾ ਤੇ ਰੇਤੀ ਨਾਲ ਤਿੱਖਾ ਕਰ ਲੂੰ, ਤੂੰ ਆਪਣਾ ਮਨ ਕਿਤਨਾ। ਉਹ ਕਹਿੰਦਾ ਜਪਜੀ ਸਾਹਿਬ ਨਾਲ। ਉਹਨੂੰ ਜਪਜੀ ਸਾਹਿਬ ਦੇ ਵਿੱਚੋਂ ਇੱਕ ਇਸ ਤਰ੍ਹਾਂ ਦੀ ਆਰੀ ਲੱਗ ਰਹੀ ਸੀ, ਖਾਂਡ ਲੱਗ ਰਹੀ ਸੀ। ਉਹਦਾ ਮਨ ਹੋਰ ਚਮਕ ਰਿਹਾ ਸੀ। ਇਹ ਤੈਨੂੰ ਨਹੀਂ ਕੱਟ ਸਕਦੇ, ਤੇਰੇ ਸਰੀਰ ਨੂੰ ਕੱਟ ਸਕਦੇ। ਆਖੋ ਵਾਹਿਗੁਰੂ। ਕੋਈ ਪਤਾ ਲੱਗ ਰਿਹਾ ਜੀ? ਤੈਨੂੰ ਤੇਰੇ ਸਰੀਰ ਨੂੰ ਕੱਟ ਸਕਦੇ। ਇਸ ਦੇ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਥਾਲ ਵਿੱਚ ਅੱਜ ਚਲੋ ਇੰਨਾ ਹੀ ਸਿੱਖ ਕੇ ਜਾਇਓ ਮੇਰੇ ਭੈਣ ਭਰਾ ਗੁਰਮੁਖ ਪਿਆਰੇ। ਤੁਸੀਂ ਸਾਰੇ ਮੇਰੇ ਤੋਂ ਉੱਤੇ ਜੇ। ਮੈਂ ਇਹ ਨਹੀਂ ਮਹਿਸੂਸ ਕਰ ਰਿਹਾ ਵੀ ਮੈਂ ਵਿਦਵਾਨ ਹਾਂ। ਮੈਂ ਕੱਲ੍ਹ ਵੀ ਕਿਹਾ ਸੀ ਮੈਂ ਚੌਂਕੀਦਾਰ ਹਾਂ ਤੁਹਾਡਾ। ਵਿਦਵਾਨਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ ਹੁੰਦੀਆਂ। ਮੈਂ ਗੁਰੂ ਦੀ ਹਜ਼ੂਰੀ 'ਚ ਤੁਹਾਨੂੰ ਮੰਨਦਾ, ਮੈਂ ਕਿਤੇੋਂ ਵਿੱਦਿਆ ਨਹੀਂ ਲਈ। ਆਖੋ ਵਾਹਿਗੁਰੂ। ਤੁਸੀਂ ਗਲਤੀਆਂ ਮੇਰੀਆਂ ਮੁਆਫ ਕਰ ਦਿਓ, ਮਗਰ ਨੋਟ ਕਰੋ ਇਹ ਥਾਲ ਹੈ ਗੁਰੂ। ਉੱਚੀ ਬੋਲੋ। ਧੰਨ ਸ੍ਰੀ ਗੁਰੂ। ਇਹਦੇ ਵਿੱਚ 3 ਵਸਤੂ ਨੇ, ਸਤ, ਸੰਤੋਖ ਤੇ ਵਿਚਾਰ। ਵਿਚਾਰ ਵਿਚਾਰੋ ਲਿਖਿਆ ਉੱਥੇ। ਆਖੋ ਵਾਹਿਗੁਰੂ। ਸਤ। ਤੇ ਤੁਸੀਂ ਇੰਨਾ ਕੁ ਗਹਿਰਤਾ ਨਾਲ ਸੁਣੋ, ਜਿਹੜੇ ਸੁਣਦੇ ਤੁਹਾਡੀ ਚੋਂ ਭੁੱਖ ਲੱਗੀ ਜਿਨ੍ਹਾਂ ਨੂੰ ਸੁਣਨ ਦੀ ਗੁਰੂ ਦੀ ਗੱਲ ਦੀ। ਰੋਟੀ ਖਾਈਏ, ਸਬਜ਼ੀ ਖਾਈਏ, ਸਲਾਦ ਖਾਈਏ, ਸਰੀਰ ਵਿੱਚ ਜਾ ਕੇ ਉਹਦੇ ਵਿੱਚੋਂ ਕੁਝ ਪ੍ਰੋਡਕਟ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਖੂਨ। ਰੋਟੀ 'ਚੋਂ ਵੀ ਖੂਨ ਬਣਦਾ ਹੈ, ਸਬਜ਼ੀਆਂ 'ਚੋਂ ਵੀ ਤੇ ਫਰੂਟ 'ਚੋਂ ਵੀ। ਜਿਹੜੀ ਚੀਜ਼ ਮੈਨੂੰ ਚਲਾਉਂਦੀ ਉਹ ਚੀਜ਼ ਬਣਦੀ। ਹੁਣ ਅਸੀਂ ਇਹ 3 ਖਾਧੀਆਂ। ਸੱਤ। ਉੱਚੀ ਬੋਲਿਆ ਕਰੋ, ਹੋਰ ਬਲ ਮਿਲੂਗਾ। ਸੱਤ ਵਿਚਾਰੋ। ਇਹ 3 ਬੁਰਕੀਆਂ ਜਦੋਂ ਅਸੀਂ ਅੰਦਰ ਲੈ ਕੇ ਗਏ, ਇਹਦੇ ਵਿੱਚੋਂ ਇੱਕ ਚੀਜ਼ ਨਿਕਲੀ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਹ 3 ਚੋਂ ਨਿਕਲੀ। 7 ਚੋਂ ਉੱਚੀ ਬੋਲੋ। 3 ਚੀਜ਼ਾਂ ਮੈਂ ਬੁਰਕੀਆਂ ਨਾਲ ਅੰਦਰ ਖੜੀਆਂ ਗੁਰੂ ਗ੍ਰੰਥ ਸਾਹਿਬ ਦੇ ਭੋਜਨ ਥਾਲ ਵਿੱਚੋਂ। ਸਤ ਤੇ ਵਿਚਾਰ। ਇਹ ਜਦੋਂ 3 ਚੀਜ਼ਾਂ ਮੈਂ ਭੋਜਨ ਖਾਧਾ, ਸਤ ਦਾ, ਸੰਤੋਖ ਦਾ ਤੇ ਵਿਚਾਰ ਦਾ, ਇਹਦੇ ਵਿੱਚੋਂ ਜਿਹੜੀ ਚੀਜ਼ ਨਿਕਲੀ ਉਹ ਸੀ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ, ਜਿਹਦਾ ਸਾਰਿਆਂ ਨੂੰ ਆਸਰਾ ਹੈ। ਇਹਦਾ ਮਤਲਬ ਜਿਸ ਕਾ ਸਭ ਸੁਧਾਰੋ ਦਾ ਮਤਲਬ ਜਿਹਦਾ ਸਾਰਿਆਂ ਨੂੰ ਆਸਰਾ ਹੈ। ਹਰ ਜੀਵ ਦਾ ਆਸਰਾ ਕੀ ਆ? ਵਾਹਿਗੁਰੂ ਦਾ ਨਾਮ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਕਰ ਸ਼ਾਂਤ, ਸੁਖ ਮਨ ਆਏ ਵਸਿਆ, ਜਿਨ ਇਛਾ। ਵਾਹਿਗੁਰੂ 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 ਵਾਹਿਗੁਰੂ।
ਕੇ ਟਿਕ ਕੇ ਚੇਤਾ ਹੋਵੇ ਮੈਂ ਕੀ ਕਹਿ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਇੱਕ ਵਾਰ ਪੁੱਛ ਲਾਂ ਵੀ ਮੈਂ ਥਾਲ ਕਿਹਨੂੰ ਕਿਹਾ? ਅੱਜ ਤੋਂ ਚੇਤਾ ਰੱਖਿਓ। ਇਹਦੇ ਵਿੱਚ 3 ਵਸਤੂ ਪਈਆਂ। ਕਿਹੜੀ ਕਿਹੜੀ? ਉਹਨਾਂ ਤਿੰਨਾਂ ਦੇ ਅੰਦਰ ਜਾਣ ਨਾਲ ਵਿੱਚੋਂ ਕੀ ਨਿਕਲਦਾ ਹੈ? ਠਾਕੁਰ ਕਾ ਪਇਓ। ਸਤੀ ਸੰਤੋਖੀ ਤੇ ਵਿਚਾਰਵਾਨ ਬੰਦੇ ਦੇ ਅੰਦਰੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ। ਮਹਾਰਾਜ ਭਲਾ ਕਰੇ। ਸਾਰੇ ਸੰਸਾਰ 'ਚ ਗੁਰੂ ਨਾਨਕ ਦੀ ਬਾਣੀ ਦਾ ਅੰਮ੍ਰਿਤ ਵਰਖੇ। ਜਲਦੇ ਬਲਦੇ ਲੋਕ ਠੰਡੇ ਹੋ ਜਾਣ। ਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਫੇਰ ਪੁੱਛਦਾ, ਇਸ ਨਾਮ ਦਾ ਆਸਰਾ ਕਿੰਨਿਆਂ ਕੁ ਨੂੰ ਆ? ਸਬਸ ਅਦਾਰੋ ਸਬਸ। ਕੋਈ ਬਚਨ ਜਿਹੜੇ ਰੋਜ਼ ਪੜ੍ਹਦੇ ਹੋ ਆਪ ਜੀ? ਆਖੋ ਵਾਹਿਗੁਰੂ। ਸੱਚਮੁੱਚ ਮੇਰੀ ਬੱਚਿਓ, ਗੁਰਸਿੱਖੋ, ਆਪਾਂ ਬੜੇ ਸੁਖਾਵੇਂ ਮਾਹੌਲ 'ਚ ਗੁਰੂ ਨਾਨਕ ਦੀ ਗੋਦ 'ਚ ਬੈਠੇ ਹਾਂ। ਸਹਿਬ ਇੱਕ ਹੈ, ਆਪਾਂ ਸਾਰੇ ਮੰਗਦੇ ਹਾਂ। ਆਖੋ ਵਾਹਿਗੁਰੂ। ਕਰੂੰ ਬੇਨਤੀ ਸੁਣੋ ਮੇਰੇ ਮੀਤਾ। ਇਹ ਬੇਨਤੀ ਕਿਹਦੇ ਅੱਗੇ ਕੀਤੀ ਹੈ? ਥੋੜਾ ਜਿਹਾ ਧਿਆਨ ਦਿਓ। ਕਿਹਦੇ ਅੱਗੇ ਕੀਤੀ? ਗੁਰੂ ਗ੍ਰੰਥ ਸਾਹਿਬ ਅੱਗੇ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਹੋ? ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹਿੰਦੇ ਹੋ ਬੇਨਤੀ ਕਰਕੇ? ਕਰੂੰ ਬੇਨਤੀ ਸੁਣੋ ਮੇਰੇ ਮੀਤਾ। ਨਹੀਂ, ਫਿਰ ਤੇ ਤੁਸੀਂ ਉਹਨੂੰ ਕਹਿ ਰਹੇ ਹੋ ਨਾ ਵੀ ਤੇਰਾ ਸੰਤ ਟਹਿਲ ਦਾ ਵੇਲਾ ਹੈ ਭਈ, ਝਾੜੂ ਮਾਰਿਆ ਕਰ। ਬੜੇ ਗਹਿਰ ਬਚਨ ਨੇ ਜਿਨ੍ਹਾਂ ਨੂੰ ਆਪਾਂ ਰੋਜ਼ ਪੜ੍ਹਦੇ ਤਾਂ ਅੰਮ੍ਰਿਤ ਦੀ ਬੂੰਦ ਅੰਦਰ ਜਾਂਦੀ ਨਹੀਂ। ਵਿਚਾਰ ਵਿੱਚ ਅੰਮ੍ਰਿਤ ਹੈ। ਕਾਹਦੇ 'ਚ? ਗੁਰਮੁਖ ਅੰਮ੍ਰਿਤ ਪੀਵਣਾ। ਜਰਾ ਬੋਲੋ। ਗੁਰਮੁਖ ਅੰਮ੍ਰਿਤ ਪੀਂਦੇ ਨੇ। ਅੰਮ੍ਰਿਤ ਪੀਂਦੇ ਨੇ ਕਿੱਥੋਂ ਪੀਂਦੇ ਆ ਜੀ? ਕਹਿੰਦੇ ਨਾਨਕ ਸ਼ਬਦ ਵਿਚਾਰ। ਨਾਨਕ ਕਲੀਅਰ ਹੋ ਗਿਆ ਵੀ ਸ਼ਬਦ ਦੀ ਵਿਚਾਰ ਵਿੱਚੋਂ ਅੰਮ੍ਰਿਤ ਪੀਤਾ ਜਾ ਸਕਦਾ ਹੈ, ਸ਼ਬਦ ਪੜ੍ਹ ਕੇ ਨਹੀਂ। ਆਖੋ ਵਾਹਿਗੁਰੂ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ। ਸ਼ਬਦ ਦੀ ਵਿਚਾਰ ਨਹੀਂ ਤੇ ਅੰਮ੍ਰਿਤ ਦੀ ਬੂੰਦ ਅੰਦਰ ਨਹੀਂ ਗਈ ਤਾਂ ਲੋਕੀ ਬਾਣੀ ਪੜ੍ਹਨ ਵਾਲੇ ਵੀ ਕਰੂਰ ਨੇ। ਮੈਂ ਕੀ ਕਿਹਾ? ਬਾਣੀ ਪੜ੍ਹਨ ਵਾਲੇ ਵੀ ਕਰੂਰ, ਗੁੱਸੇ ਵਾਲੇ ਨੇ, ਖਿੱਚਦੇ ਨੇ, ਖਿੱਚਦੇ ਨੇ, ਲੜਦੇ ਨੇ, ਚੁਗਲੀ ਕਰਦੇ, ਨਿੰਦਾ ਕਰਦੇ। 21 ਬਾਣੀਆਂ ਪਾਠ ਕਰਨ ਵਾਲਿਆਂ ਦੇ ਅੰਦਰ ਵੀ ਈਰਖਾ ਦੀ ਅੱਗ ਆ। ਕਿਉਂ? ਬੂੰਦਾਂ ਨਹੀਂ ਪਈਆਂ। ਵਿਚਾਰ ਵਿੱਚ ਬੂੰਦ ਸੀ। ਵਿਚਾਰ ਨੇ ਕਹਿਣਾ ਸੀ ਮੰਦਾ ਕਿਸੇ ਨਾ ਆਖੀਏ ਪੜ ਅਖਰੇ ਹੋ ਬੁੱਝੀ। ਵਿਚਾਰ ਨੇ ਕਹਿਣਾ ਸੀ। ਕੀ ਕਹਿਣਾ ਸੀ? ਬੋਲੋ। ਮੰਦਾ ਇਹ ਕਹਿਣਾ ਸੀ। ਮਗਰ ਅਸੀਂ ਵਿਚਾਰ ਨਹੀਂ ਕੀਤੀ ਗੁਰਬਾਣੀ ਦੀ। ਆਖੋ ਵਾਹਿਗੁਰੂ। ਕਰੂੰ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ। ਇਹ ਪੁੱਤਰ ਜੀ ਗੁਰੂ ਸਾਹਿਬ ਅੱਗੇ ਬੇਨਤੀ ਨਹੀਂ ਕੀਤੀ। ਰਹਾਉ ਦੀ ਤੁਕ ਜਦੋਂ ਇਸ ਸ਼ਬਦ ਦੀ ਪੜ੍ਹੋਗੇ ਨਾ ਉਹਦੇ ਵਿੱਚ ਲਿਖਿਆ ਔਦ ਘਟੇ
दिन सुना रे मन, रे मन, ते गल किहदे नाल शुरू हुई? मन नाल। गल मन नाल शुरू हुई। सारा शब्द मन दे दुआले घुमदा है, मगर आपां विचारन दी कदी कोशिश ही नहीं की। पहली गल तो पढ़नों ही हट गए। सचमुच दुनिया विचारवान होंदी ते इन्ने बखड़े नहीं सी होने। आखो वाहिगुरू, गज के बोलो। इत्थे परसों सैकटरी साहब के पुत्र दा ते एक मेरा मित्र भरा बनिया, उन्हां दी बच्ची दा इत्थे सगन है। आखो वाहिगुरू। उन्हें मैनूं कहा तुसीं अद्धा घंटा बोलना है। मैं विचारदा सां, दो गल्लां लिखियां गुरबाणी च, सत संतोख कर भाओ कुड़म कुड़माई आया बलराम जी। सत कर भाओ, कर सत ते संतोख, दो वचन ने। एक तां जिहड़ा संतोख आ वो मुंडे वालियां लई है, ते सत जिहड़ा शब्द आ कुड़ी वालियां लई है। आखो वाहिगुरू। कुड़ी दे बारे ते मुंडे बारे दोवें परिवार एक दूसरे नूं सच दसन, रिश्ता तां बनना है। ये विचारां ने जिहड़ियां तुसीं ते मैं उत्तों पढ़ के शब्द रागी ने पढ़ता ते आपां रुपये रख के भज गए। क्यों पढ़िया जाता है सत संतोख कर भाओ कुड़म कुड़माई आया बलराम जी? क्यों पढ़िया जाता? कुड़म कुड़माई करन आया, काहदे लई करन आया है? दोवें किसी थंम दे उत्ते खलोण, अंदर एक थंम कढ़िया होवे, कुड़ी वाला कहे मैं सच दसना, मुंडे वाला कहे मैं सच दसना। फिर मुंडे वालियां दी बहुत जिम्मेवारी वध गई, उन्हां नूं संतोख होवे मैं धी तो वध कुछ नहीं लैना। कुड़म ते बन के जफ्फियां ते पै गईयां। लोकां दे सामने ये भी ड्रामा करता भी असीं लैंदे देंदे कुछ नहीं, ते मगरों कहता जो देना अपनी धी नूं देना। तुसीं इस तरह करदे कि नहीं? बोलो गुरु के सिख, सच बोलो ना, बोलिया करो। नाले कहंदे असीं कुछ लैंदे देंदे नहीं, मगरों की कहंदे जो तुसीं देना अपनी। इन्ने विच बहुत कुछ कह गया कहण वाला भी मैं मना नहीं करूँगा दोगे ते, क्योंकि तुसीं अपनी धी नूं दिता है। ये गल्लां ने जिहड़ियां तुहानूं बाणी चों विचारनियां पैणीਆਂ। करूँ विनंती, अपने मन नूं कहो मेरे मना ये सौण दा वेला नहीं, ये चुगली दा वेला नहीं, ये निंदा दा वेला नहीं। काहदा वेला जी? संत टहल की बेला, संत टहल की बेला, संत इहाँ खाट चलो हर ला, इहाँ खाट चलो हर ला, इहाँ आगे बसन सोहेला, आगे बसन सोहेला, पता लग गया ना जी? थाल विच 3 7। चलो अज तुसी सब तो वड्डी पूंजी लैके जाओगे जे अज तुहानूं पता लगा होए। पहली गल 1 नंबर थाल केड़ा है? थाल विच 3 वस्तु केड़ियां ने? 7 संतोख। उहदे विचों की निकलदा है जदों अंदर लैके जाइए? अमृत नाम निकलदा है। 7 विचों, संतोख विचों ते विचार विचों। वो अमृत नाम जिहड़ा है वो सारे संसार दा जिसका सारियां नूं आसरा है, वो वाहिगुरू परमेश्वर दा नाम। मारो चौंकड़े, सचमुची बड़ी शांति आउंदी। रसना गुण गोपाल निध गायण, शांत सहज रहस मन उजियो, सगले दुख पलायण मैंने भज जाते। जिहदी रसना ते नाम आ जाता है उहदी जिंदगी विचों सारे दुख भज जाते। आओ रसना ते लियाओ मेरियां भैणां बच्चे वीर। सचमुची जे गुरु नानक दे हुंदियां आपां डुब गए तो फिर साडे तो वड्डा मंद कर्म कोई नहीं। जगत गुरु गुरु नानक साहब धरती ते प्रकाशमान होए ने। बाबे तारे 4 चक 9 खंड पृथ्वी सच्चा। ये तुहाडा कनेडा भी उन्हां खंडां विचों एक खंड धरती आ। इत्थे भी आण के सहब प्रकाशमान होए ने। जे इन्हां दे हुंदियां मेरी ओ धीओ आपां डुब गए, मेरे ओ वीरो आपां डुब गए, तो फिर तारन वाला कोई नहीं। कलयुग बाबे
ਇਹ ਤਾਰਨ ਆਇਆ ਹੈ। ਚੜਿਆ ਸੋਧਣ ਧਰਤ ਲੁਕਾਈ। ਧਰਤੀ ਦੇ ਹਰ ਪ੍ਰਾਣੀ ਵਿਗੜੇ ਹੋਏ ਨੂੰ, ਉਹਦੇ ਮਨ ਨੂੰ ਵਿਗੜੇ ਹੋਏ ਨੂੰ ਸੋਧਣ ਲਈ ਕੌਣ ਚੜਿਆ? ਗੁਰੂ ਨਾਨਕ ਸਾਹਿਬ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ। ਕਲ ਯੁਗ ਬਾਬੇ ਤਾਰਿਆ, ਕਲ ਯੁਗ ਬਾਬੇ ਤਾਰਿਆ, ਕਲ ਯੁਗ। ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਪੜ ਮੰਤਰ ਸੁਣਾਇਆ, ਸਤ। ਆਓ ਮਾਰੋ ਚੌਂਕੜੇ। ਅੱਜ ਵਾਲੇ ਸ਼ਬਦ ਵਿੱਚ ਤੇ ਮੇਰੇ ਸਾਹਿਬ ਨੇ, ਸਰਕਾਰ ਨੇ ਬਚਨ ਵੀ ਇਹੀ ਕਰਨਾ ਹੈ। ਇੱਥੇ ਵੇਖੋ ਸ਼ਬਦ ਦੀ ਰਹਾਉ ਦੀ ਤੋਕਾ ਜਿਹੜਾ ਅੱਜ ਵਿਚਾਰਨਾ। ਗਹਿਓ ਨਾ ਰਾਮ ਜਹਾਜ, ਗਹਿਓ ਨਾ ਰਾਮ ਜਹਾਜ, ਗਹਿਓ ਨਾ। ਗਹਿਓ ਨਾ ਰਾਮ ਜਹਾਜ, ਗਹਿਓ ਨਾ ਰਾਮ ਜਹਾਜ, ਗਹਿਓ। ਤੂੰ ਗਇਓ ਕਿ ਨਾ ਕਿ ਗਹਿਓ? ਗਹਿਓ ਦਾ ਮਤਲਬ ਨਹੀਂ ਫੜਨਾ। ਮਨਾ ਬੜਾ ਕੁਝ ਫੜ ਲਿਆ ਤੂੰ, ਮਗਰ ਤੈਨੂੰ ਰਾਮ ਦਾ ਜਹਾਜ਼ ਜਿੱਤੇ ਚੜ ਕੇ ਤੂੰ ਪਾਰ ਜਾਣਾ ਹੀ। ਵਾਹਿਗੁਰੂ ਨਾਮ ਉਹ ਜਹਾਜ਼ ਨਾ ਤੂੰ ਫੜ ਸਕਿਆ। ਇੰਡੀਆ ਨੂੰ ਜਾਣ ਵਾਲਾ ਜਹਾਜ਼ ਫੜ ਲਿਆ। 2 ਘੰਟੇ ਪਹਿਲੋਂ ਏਅਰਪੋਰਟ ਤੇ ਜਾ ਕੇ ਬੈਠਾ ਰਹਿਣਾ। ਆਖੋ ਵਾਹਿਗੁਰੂ। ਉੱਚੀ ਉੱਚੀ ਬੋਲਿਆ ਕਰੋ। 2-3 ਘੰਟੇ ਪਹਿਲੋਂ ਏਅਰਪੋਰਟ ਤੇ ਜਾ ਕੇ ਕਿਤੇ ਮੇਰਾ ਬਾਬਾ ਅੱਜ ਕਹਿੰਦਾ ਹੀ ਮਨ ਬੌਰਾ ਰੇ। ਬੋਲੋ ਉੱਤੇ ਵੇਖੋ, ਫਿਰ ਬੋਲੋ। ਪਾਗਲਾ ਤੇਰੇ ਕੋਲੋਂ ਰਾਮ ਦਾ ਜਹਾਜ਼ ਫੜਿਆ ਨਹੀਂ ਗਿਆ, ਤੂੰ ਚੜਿਆ ਨਹੀਂ ਰਾਮ ਦੇ ਜਹਾਜ਼ ਤੇ। ਆਖੋ ਵਾਹਿਗੁਰੂ। ਮਹਾਰਾਜ ਮੇਰੇ ਕੋਲ ਇੰਨੀ ਕਮਾਈ ਨਹੀਂ ਸੀ, ਮੈਂ ਉੱਤੇ ਚੜ ਜਾਂਦਾ। ਤੇ ਇੱਕ ਵਚਨ ਲਿਖਿਆ ਵਾ, ਆਖੋ ਵਾਹਿਗੁਰੂ। ਸਤਿਗੁਰੂ ਹੈ ਬੋਹੇ ਥਾ। ਜਿੰਨਾ ਜਨਨ ਬੋਣੀ ਆਉਂਦੀ ਬਾਣੀ ਕਿਸੇ ਨੂੰ ਹੱਥ ਖੜਾ ਕਰੋ। ਸਤਿਗੁਰੂ ਹੈ ਬੋਹੇ ਥਾ। ਮੇਰਾ ਸਾਹਿਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਨੇ? ਜਹਾਜ਼ ਨੇ। ਮਗਰ ਇੱਥੇ ਮਹਾਰਾਜ ਪਾਤਸ਼ਾਹ ਕਹਿੰਦੇ ਏਡਾ ਜਹਾਜ਼ ਆਣ ਕੇ ਖਲੋਤਾ ਹੈ ਤੇ ਪਾਗਲਾ ਮਨਾ ਤੂੰ ਉਹ ਜਹਾਜ਼ ਨੂੰ ਫੜ ਨਹੀਂ ਸਕਿਆ। ਜਹਾਜ਼ ਖਲੋਤਾ ਹੈ। ਵਿਰਲੇ ਕਿਨੇ, ਉੱਚੀ ਬੋਲੋ, ਵਿਰਲੇ ਕਿਨੇ। ਕੀ ਵਿਰਲੇ ਨੇ ਵਿਚਾਰਿਆ? ਸਤਿਗੁਰੂ ਹੈ ਬੋਏ ਥਾ। ਉੱਚੀ ਉੱਚੀ ਬੋਲੋ। ਗੁਰੂ ਕੀ ਹੈ? ਜਹਾਜ਼ ਹੈ। ਮਗਰ ਤੁਸੀਂ ਜਹਾਜ਼ ਨੂੰ ਮੱਥਾ ਟੇਕ ਕੇ ਮੁੜ ਜਾਓ, ਪਾਰ ਲੰਘ ਜਾਓਗੇ। ਬੋਲੋ ਨਾ ਜੀ, ਗੁਰੂ ਕੇ ਸਿੱਖੋ, ਮਰਦ ਬਣ ਕੇ ਬੋਲੋ। ਜਹਾਜ਼ ਨੂੰ ਪਾਰ ਲੰਘ ਜਾਓਗੇ। ਜਹਾਜ਼ ਦੇ ਉੱਤੇ ਇਸ ਵਾਹਿਗੁਰੂ ਸ਼ਬਦ ਤੇ ਆਪਣੀ ਸੁਰਤ ਡੁੱਬਦੀ ਨੂੰ ਚੜਾਉਣਾ ਪੈਣਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿ। ਸੁਰਤ ਚੜਾਓ, ਸੁਰਤ। ਵੇਖੋਗੇ ਕਿੱਥੇ ਉੱਡ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਜਾਇਆ ਯਾਤਰੀ, ਧਿਆਨ ਦਿਓ। ਭਜਾਇਆ ਯਾਤਰੀ ਸਾਹ ਸਾਹ ਹੋਇਆ ਨਹੀਂ ਬੁੱਤੇ ਤਰ੍ਹਾਂ। ਤੁਸੀਂ ਤਾਂ ਜਵਾਨ ਹੋ। ਭਜਾਇਆ ਯਾਤਰੀ ਦੂਰੋਂ ਆਵਾਜ਼ਾਂ ਮਾਰੇ, ਉਧਰੋਂ ਜਹਾਜ਼ ਦੀ ਸੀਟੀ ਵੱਜ ਗਈ ਵੀ ਜਹਾਜ਼
ਤੁਰਨ ਲੱਗਾ ਹੈ। ਸਮੁੰਦਰੀ ਜਹਾਜ਼ ਦਾ ਨਕਸ਼ਾ ਬਣਾਓ ਸੁਰਤ 'ਚ। ਆਖੋ ਵਾਹਿਗੁਰੂ। ਉਹਨੇ ਵਿਸਲ ਦੇਤੀ, ਹਾਰਨ ਮਾਰ ਦਿੱਤਾ ਵੀ ਜਹਾਜ਼ ਤੁਰਨ ਲੱਗਾ। ਕੋਈ ਯਾਤਰੀ ਦੂਰੋਂ ਭੱਜਾ ਆਉਂਦਾ ਸੀ। ਮਨਦੀਪ ਧਿਆਨ ਨਾਲ ਸੁਣ। ਕੋਈ ਯਾਤਰੀ ਦੂਰੋਂ ਭੱਜਾ ਆਉਂਦਾ ਸੀ ਤੇ ਜਹਾਜ਼ ਦਾ ਕਪਤਾਨ ਲਾਗੇ ਖਲੋਤਾ ਸੀ। ਆਖੋ ਵਾਹਿਗੁਰੂ। ਉਹਨੂੰ ਨੇ ਆਵਾਜ਼ ਮਾਰ ਕੇ ਆਖਿਆ, ਮਹਾਰਾਜ ਪਲੀਜ਼ ਮੈਨੂੰ ਵੀ ਲੈ ਜਿਓ, ਹੋ ਸਕਦਾ ਹੈ ਮੇਰੀ ਜ਼ਿੰਦਗੀ ਦਾ ਆਖਰੀ ਸਵਾਸ ਹੋਏ ਤੇ ਮੈਂ ਜਹਾਜ਼ ਦੇ ਉੱਤੇ ਚੜ੍ਹ ਜਾਵਾਂ, ਮੇਰਾ ਵੀ ਭਲਾ ਹੋ ਜਾਏ। ਆਖੋ ਵਾਹਿਗੁਰੂ। ਭੱਜਾ ਆਇਆ, ਉਹਨੇ ਕਪਤਾਨ ਨੇ ਸੀਟੀ ਮਾਰੀ ਤੇ ਜਹਾਜ਼ ਕੁਝ ਸਮੇਂ ਲਈ ਰੁਕ ਗਿਆ। ਇਹ ਤੋਂ ਪਤਾ ਲੱਗਾ ਤੁਸੀਂ ਸੁਰਤ ਕਰਕੇ ਮੇਰੇ ਨਾਲ ਨਹੀਂ ਤੁਰ ਰਹੇ, ਤਾਂ ਕਰਕੇ ਬਚਨ ਨਹੀਂ ਤੇ ਤੈਨੂੰ ਪਤਾ ਹੀ ਅੱਗੇ ਕਿਸ ਤਰ੍ਹਾਂ ਬੋਲਦੇ ਨੇ ਉੱਥੇ ਲੁਧਿਆਣੇ ਜਲੰਧਰ। ਆਖੋ ਵਾਹਿਗੁਰੂ। ਨਾਲ ਨਹੀਂ ਬੋਲਦੇ ਕਿਉਂਕਿ ਨਾਲ ਸੁਰਤ ਭੱਜ ਨਹੀਂ ਰਹੀ, ਜੋ ਨਕਸ਼ਾ ਵੇਖ ਨਹੀਂ ਰਹੀ। ਜਦ ਦੇਖਾਂ ਤਬ ਗਾਵਾਂ। ਕਿਸੇ ਗੱਲ ਨੂੰ ਜਦੋਂ ਸੁਣਦੇ ਉਹਦੀ ਇੱਕ ਪਿਕਚਰ ਬਣਾਓ, ਉਸ ਪਿਕਚਰ ਮੁਤਾਬਕ ਤੁਹਾਨੂੰ ਆਪੇ ਪਤਾ ਲੱਗ ਜੂ ਹੁਣ ਅੱਗੇ ਕੀ ਕਹਿਣਾ ਹੈ। ਆਖੋ ਵਾਹਿਗੁਰੂ। ਗੱਜ ਕੇ ਬੋਲੋ ਨਾ। ਉਹਨੇ ਸੀਟੀ ਮਾਰਤੀ ਵੀ 2-4 ਮਿੰਟ ਲਈ ਜਹਾਜ਼ ਰੋਕ ਲਓ, ਕਿਉਂਕਿ ਉਹ ਭੱਜਾ ਆ ਰਿਹਾ ਹੈ ਤੇ ਆਉਂਦਾ ਆਖਦਾ ਮੈਨੂੰ ਵੀ ਲੈ ਜਾਓ, ਮੈਨੂੰ ਵੀ ਲੈ ਜਾਓ। ਜਦੋਂ ਪਹੁੰਚਿਆ ਉਹਨੇ ਕਿਹਾ ਚੱਲ ਪਈ ਬੈਠ ਵਿੱਚ, ਚੌਂਕੜਾ ਮਾਰੋ ਪੁੱਤ, ਜਵਾਨ ਹੋ, ਨੌਜਵਾਨ ਹੋ ਤੁਸੀਂ, ਗੁਰਮੁਖ ਪਿਆਰੇ। ਵੇਖੋ ਤੁਸੀਂ ਕਈ ਬੰਦੇ ਬਹੁਤ ਗੁੱਸਾ ਕਰਦੇ ਵੀ ਅਸੀਂ ਥੱਕੇ ਆਏ ਹਾਂ, ਮਗਰ ਬਾਪੂ ਦਾ ਵਚਨ ਕਮਾਓ, ਸਾਵਧਾਨ ਇਕਾਗਰ ਚਿੱਤ ਹੋ ਕੇ। ਸੁਸਤੀ ਪੈਂਦੀ ਜਦੋਂ ਆਪਾਂ ਇਸ ਤਰ੍ਹਾਂ ਬਹਿੰਦੇ ਹਾਂ ਨਾ, ਤੇ ਸੁਸਤੀ ਪੈਂਦੀ। ਇੱਥੋਂ ਦਾ ਇੱਕ ਮਿੰਟ ਕੀਮਤੀ ਆ। ਉੱਥੋਂ ਆਵਾਜ਼ ਮਾਰੀ ਮੈਨੂੰ ਵੀ ਲੈ ਜਾਓ, ਲਾਗੇ ਆਇਆ, ਮਹਾਰਾਜ ਨੇ ਕਿਹਾ ਚੱਲ ਵੀ ਬੈਠ ਵਿੱਚ। ਪਤਾ ਉਹਨੇ ਕੀ ਕਿਹਾ? ਆਖੋ ਵਾਹਿਗੁਰੂ। ਜਿਹਨੇ ਚੜ੍ਹਨਾ ਸੀ ਉਹ ਕਹਿੰਦਾ ਮੇਰੇ ਕੋਲ ਕਿਰਾਇਆ ਹੈ ਨਹੀਂ, ਮੇਰੇ ਕੋਲ ਮਹਾਰਾਜ ਟਿਕਟ ਜੋਗੇ ਪੈਸੇ ਹੈ ਨਹੀਂ। ਉਹ ਮਿਹਰਬਾਨ ਗੁਰੂ ਸੀ। ਉਹਨੇ ਕਿਹਾ ਮੈਂ ਤੇ ਤੈਨੂੰ ਕਿਰਾਇਆ ਪੁੱਛਿਆ ਹੀ ਨਹੀਂ, ਮੈਂ ਤੇ ਤੈਨੂੰ ਇੰਨਾ ਕਿਹਾ ਵੀ ਪਹਿਲਾਂ ਤੂੰ ਜਹਾਜ਼ ਵਿੱਚ ਬਹਿ ਜਾ। ਕੀ ਜੀ? ਜਹਾਜ਼ ਕੀ ਆ? ਸਤਸੰਗਤ। ਤੁਹਾਨੂੰ ਉਹ ਉੱਥੋਂ ਕਿਸੇ ਨੇ ਪੁੱਛਿਆ ਵੀ ਜਿਹੜਾ ਇੱਥੇ ਆਣ ਕੇ ਪੈਸੇ ਪਾਊਗਾ ਉਹੀ ਬੈਠੇ? ਪੁੱਛਿਆ? ਇਤਨਾ ਨਹੀਂ, ਫਿਰ ਸਾਰੇ ਬੋਲੋ। ਕਿਰਾਇਆ ਪੁੱਛਿਆ ਕੋਈ? ਇੱਥੇ ਆਣ ਕੇ ਬਹਿ ਜਾਓ। ਜਿਨ੍ਹਾਂ ਕੋਲ ਨਹੀਂ ਵੀ ਕਿਰਾਇਆ, ਅਗਲੀ ਤੁਕ ਵਿੱਚ ਲਿਖਿਆ ਕਰ ਕਿਰਪਾ ਪਾਰੇ ਉਤਾਰਿਆ, ਕਰ ਪਾਰੇ ਉਤਾਰਿਆ, ਕਰ ਕਰ ਕਿਰਪਾ ਪਾਰੇ ਉਤਾਰਿਆ, ਕਰ ਕਿਰਪਾ ਪਾਰੇ ਉਤਾਰਿਆ, ਕਰ ਗਾਇਆ ਜੇ ਕਿ ਪਤਾ ਵੀ ਲੱਗਾ ਜੇ ਵੀ ਉਹਦੇ ਕੋਲ ਇੱਕ ਕਾਨੂੰਨ ਹੈਗਾ ਸੀ, ਜਿਨ੍ਹਾਂ ਕੋਲ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ। ਉਹਨੇ ਹੱਥ ਖੜੇ ਕਰਦੇ, ਨਾ ਜਪ ਹੈ, ਨਾ ਤਪ ਹੈ, ਨਾ ਸੇਵਾ ਹੈ, ਕੁਛ ਨਹੀਂ। ਕਹੋ ਨਾਨਕ ਹਮ ਮੈਂ ਨੀਚ ਕਰਮਾਂ ਵਾਲਾ ਵਾਂ, ਮਗਰ ਜਹਾਜ਼ ਦੇ ਕੰਢੇ ਤੇ ਆ ਗਿਆ, ਸਤਿਗੁਰੂ ਮੈਨੂੰ ਚੜਾ ਲਾ। ਉਹਨੇ ਕਿਹਾ ਚੱਲ, ਜਿਹੜੇ ਤੇਰੇ ਵਰਗੇ ਬੇਟਿਕਟੇ ਜਿਨ੍ਹਾਂ ਕੋਲ ਕਿਰਾਇਆ ਨਹੀਂ, ਉਹਦੇ ਲਈ ਗੁਰੂ ਗ੍ਰੰਥ ਸਾਹਿਬ ਕੋਲ ਇੱਕ ਸ਼ਬਦ ਆ ਕਿਰਪਾ। ਫੜੋ ਹਾਂ ਭਲਾ ਮੈਂ ਕੀ ਕਿਹਾ? ਕੀ? ਤੇ ਜਿੱਥੇ ਕਿਰਪਾ ਦੀ ਗੱਲ ਆ, ਜੇ ਉੱਥੇ ਕਿਰਾਏ ਨਹੀਂ ਮੰਗੇ ਜਾਂਦੇ। ਚੱਲ ਪੁੱਤਰਾ ਬਹਿ, ਤੂੰ ਕਿਰਪਾ ਕਰਕੇ ਲੰਘ ਜਾਏਗਾ, ਗੁਰੂ ਸਾਹਿਬ ਦੇ ਦਰਬਾਰ ਤੱਕ ਪਹੁੰਚ ਜਾਏਗਾ। ਅੱਜ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੇ ਆ ਪਾਗਲਾ ਮਨਾ, ਤੂੰ ਜਹਾਜ਼ ਫੜ ਨਹੀਂ ਸਕਿਆ। ਸਾਰੇ ਚੇਤਾ ਕਰੋ, ਆਪਣੇ ਆਪ ਨੂੰ ਕਹੋ ਵੀ ਮੇਰੀ ਸੁਰਤ ਅਜੇ ਨਾਮ ਦੇ ਜਹਾਜ਼ ਤੇ ਚੜ੍ਹ ਨਹੀਂ ਸਕੀ। ਨਿਰਭੈ ਹੋਏ ਨਾ ਹਰ ਭਜੇ, ਨਿਰਭਉ ਹੋ ਕੇ ਤੂੰ ਹਰੀ ਦਾ ਭਜਨ ਅਜੇ ਕੀਤਾ ਨਹੀਂ। ਤੇ ਗਹਿਓ ਨਾ ਰਾਮ ਜਹਾਜ, ਗਹਿਓ ਨਾ ਰਾਮ ਜਹਾਜ, ਗਹਿਓ ਨਾ। ਇੱਥੇ ਹਰ ਤੋਕ ਨਾਲ ਬੌਰਾ ਕਹਿਣਗੇ ਮਨ ਨੂੰ। ਬੌਰਾ ਮਣੇ ਉੱਚੀ ਬੋਲੋ। ਬੌਰਾ ਤੇ ਸੱਚੀ ਮੁੱਚੀ ਵੇਖਿਓ ਹਰਕਤਾਂ ਪਾਗਲਾਂ ਤੋਂ ਘੱਟ ਨਹੀਂ ਗਈਆਂ ਸਿੱਖ ਦੀਆਂ। ਹੁਣ ਸਿੱਖ ਦੀਆਂ ਕੀ, ਮਨੁੱਖਤਾ ਦੀਆਂ ਹੀ। ਦਿੱਲੀ ਕਮੇਟੀ ਦਾ ਰਿਜ਼ਲਟ ਨਿਕਲਿਆ ਚੋਣਾਂ ਦਾ। ਆਖੋ ਵਾਹਿਗੁਰੂ। ਕਮਾਲ ਦੀ ਗੱਲ ਆ।
ਗੁਰਦੁਆਰਿਆਂ ਦਾ ਰਿਜ਼ਲਟ ਨਿਕਲਿਆ ਤੇ ਢੋਲ ਤੇ ਭੰਗੜੇ ਪੈ ਰਹੇ, ਢੋਲ ਵੱਜ ਰਹੇ, ਸੀਟੀਆਂ। ਹੱਸਣ ਵਾਲੀ ਗੱਲ ਆ ਮੇਰੇ ਪੁੱਤਰਾ, ਮੈਨੂੰ ਪੁੱਛ ਕੇ ਵੇਖ ਮੇਰੀ ਰਾਤ ਕਿਸ ਤਰ੍ਹਾਂ ਲੰਘੀ ਹੈ। ਮੇਰੇ ਪਿਓ ਦੇ ਕਾਤਲ ਜਿੱਤੇ, ਨਹੀਂ ਪਤਾ ਲੱਗਾ। ਮੇਰੇ ਬਾਪ ਦੇ ਤੇ ਪਿਓ ਦੇ ਕਾਤਲ ਜਿੱਤਣ ਦੀ ਖੁਸ਼ੀ 'ਚ ਢੋਲ ਵੱਜ ਰਹੇ, ਤੇ ਉਹ ਜਿਹੜੇ ਨੱਚ ਰਹੇ ਨੇ ਉਹਨਾਂ ਢੋਲਾਂ ਉੱਤੇ, ਉਹਨਾਂ ਦੇ ਮੂੰਹ ਤੇ ਵੀ ਦਾੜੀਆਂ ਨੇ, ਉਹਨਾਂ ਦੇ ਸਿਰਾਂ ਤੇ ਵੀ ਪੱਗਾਂ ਨੇ। ਜੇ ਮੇਰਾ ਗੁਰੂ ਬਾਰ-ਬਾਰ ਬੌਰਾ ਕਹਿ ਰਿਹਾ ਨਾ, ਤੇ ਸੱਚੀ ਮੁੱਚੀ ਜਗਤ ਅੱਜ ਬੋਲੋ। ਪਹਿਲੀ ਗੱਲ ਤੇ ਵੋਟਾਂ ਦੇ ਕੇ ਤੁਸੀਂ ਜਿਤਾਇਆ, ਤੁਹਾਨੂੰ ਇੰਨਾ ਨਹੀਂ ਪਤਾ ਲੱਗਾ ਵੀ ਮੈਂ ਬੰਦਾ ਨਾ ਵੇਖਾਂ, ਮੈਂ ਬੰਦੇ ਦਾ ਕਰਮ ਵੇਖਾਂ। ਆਖੋ ਵਾਹਿਗੁਰੂ। ਇਸ ਬੰਦੇ ਨੇ ਕੀ ਕਰਮ ਕੀਤਾ, ਅੱਜ ਤੱਕ ਨਿਆਂ ਨਹੀਂ ਦਿੱਤਾ। ਉਸ ਬੰਦੇ ਨੇ ਇੱਕ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੂੜੀਆਂ ਤੇ ਖਿਲਾਰਿਆ ਹੈ, ਸਾਡੇ ਗੁਰੂ ਦਾ, ਜਿਹਨੂੰ ਆਪਾਂ ਰੋਜ਼ ਕਹਿੰਦੇ ਤੂੰ ਮੇਰਾ ਪਿਤਾ। ਤੇ ਕਮਾਲ ਦੀ ਗੱਲ ਆ, ਉਸ ਬੰਦੇ ਨੂੰ, ਕਾਤਲ ਨੂੰ ਜਿਤਾ ਕੇ ਫਿਰ ਢੋਲ ਵੱਜ ਰਿਹਾ ਤੇ ਭੰਗੜੇ ਪੈ ਰਹੇ ਤੇ ਸਿਹਰੇ ਪੈ ਰਹੇ। ਕਿਸ ਖੁਸ਼ੀ 'ਚ ਪੈ ਰਿਹਾ, ਕਿਸ ਖੁਸ਼ੀ 'ਚ ਪੈ ਰਿਹਾ ਵੀ ਸਾਡੇ ਪਿਓ ਦਾ ਕਾਤਲ ਫੇਰ ਅੱਜ ਸਾਡੇ ਤੇ ਬਹਿ ਗਿਆ ਗੱਦੀ ਤੇ। ਬੌਰੇ ਦੀਆਂ ਨਿਸ਼ਾਨੀਆਂ ਅੱਜ ਬੰਦੇ ਦੇ ਅੰਦਰ ਦਿਸ ਰਹੀਆਂ ਨੇ, ਇਹ ਪਾਗਲ ਦੀਆਂ ਨਿਸ਼ਾਨੀਆਂ ਨੇ। ਆਖੋ ਵਾਹਿਗੁਰੂ। ਇਹ ਕਿਹਦੀਆਂ ਨੇ? ਆਪਣੇ ਪਿਓ ਦੀ ਕੋਈ ਬੇਅਦਬੀ ਕਰੇ, ਜਿਹਦੇ ਪਿਓ ਦੀ ਬਦਬੀ ਕਰੇ, ਤੇ ਉਹ ਬੰਦਾ ਕਿਤੇ ਕਾਮਯਾਬ ਹੋ ਜਾਏ ਤੇ ਭੰਗੜਾ ਮੈਂ ਪਾਵਾਂ ਜਿਹਦੇ ਪਿਓ ਨੂੰ ਕੱਲ ਰੋਲਿਆ। ਫਿਰ ਤੁਸੀਂ ਸਿਆਣੇ ਆਖੋਗੇ, ਇੱਕ ਵਾਰ ਦੱਸ ਦਿਓ ਮੈਂ ਅੱਗੇ ਤੁਰਾਂ, ਉਹਨਾਂ ਲੋਕਾਂ ਨੂੰ ਪਾਗਲ ਬੌਰੇ ਕਹੋਗੇ। ਸੱਚੀ ਮੁੱਚੀ ਮਨ ਹੈ ਹੀ ਬੌਰਾ। ਅੱਜ ਵਾਲੇ ਸ਼ਬਦ 'ਚ ਵੇਖੋ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ। ਵਾਰ ਵਾਰ ਮਨ ਆਪਣੇ ਨੂੰ ਕਹੋ, ਬਾਣੀ ਪ੍ਰਭ ਕੀ ਸਭ ਕੋ ਬੋਲੇ। ਸਾਰਿਆਂ ਨੂੰ ਕਹਿ ਰਹੀ, ਮਨ ਬੌਰਾ ਰੇ, ਮਨ ਬੌਰਾ ਰੇ, ਮਨ ਮਨ ਬੌਰਾ ਰੇ, ਮਨ ਬੌਰਾ ਰੇ, ਮਨ ਕਾਲਬੂਤ ਹੁੰਦਾ ਕਾਗਜ਼ ਦੀ, ਹਸਤਨੀ ਮੈਂ ਉਹਨਾਂ ਨੇ ਹੱਥ ਨਹੀਂ। ਇਹ ਦੁਨੀਆ ਨਾ ਜਿਹੜਾ ਤੁਹਾਡਾ ਕੈਨੇਡਾ, ਅਮਰੀਕਾ, ਚਿਲਮਿਲ ਕਰਦੀ ਦੁਨੀਆ ਜਿਹੜੀ ਤੁਹਾਨੂੰ ਦਿਸਦੀ ਆ, ਜਾਂ ਇੰਡੀਆ, ਦਿੱਲੀ, ਬੰਬੇ, ਇਹ ਜਿਹੜਾ ਵੱਡਾ ਵੱਡਾ ਪਸਾਰਾ ਤੁਹਾਨੂੰ ਦਿਸਦਾ, ਮੇਰਾ ਬਾਬਾ ਕਹਿੰਦਾ ਮੇਰਾ ਪਾਗਲ ਬਣਾ, ਇਹ ਕਾਗਜ਼ ਦੀ ਹਥਣੀ ਹੈ। ਕਾਗਜ਼ ਦੀ, ਪਤਾ ਲੱਗਾ ਕੁਝ? ਹਸਤਨੀ, ਹਸਤਨੀ ਮੈਨੇ ਹਥਨੀ। ਆਖੋ ਵਾਹਿਗੁਰੂ। ਤੇ ਹਾਥੀ ਨੂੰ ਜਦੋਂ ਫੜਦੇ ਆ ਨਾ, ਧਿਆਨ ਨਾਲ ਕਰਿਓ ਜੀ, ਧਿਆਨ ਨਾਲ ਸੁਣੋ। ਹਾਥੀ ਨੂੰ ਜਦੋਂ ਫੜਨਾ ਹੁੰਦਾ, ਤਗੜਾ ਬੜਾ ਉਤਨਾ ਫੜਿਆ ਨਹੀਂ ਜਾਂਦਾ, ਇੱਕ ਖੂਹ ਪੁੱਟਦੇ ਬੜਾ ਵੱਡਾ, ਉਹਦੇ ਵਿੱਚ ਕਾਗਜ਼ ਦੀ ਹਥਨੀ ਬਣਾ ਕੇ ਤੇ ਉਹਦੇ ਵਿੱਚ ਸਵਾਰ ਦਿੰਦੇ। ਆਖੋ ਵਾਹਿਗੁਰੂ। ਤੇ ਇੱਥੇ ਲਿਖਿਆ ਵੇਖੋ, ਕਾਮ ਸਵਾਏ, ਉੱਤੇ ਪੜੋ। ਇਹ ਨਹੀਂ ਨਾ ਜਿੱਥੋਂ ਬਚਣਾ ਨੂੰ। ਹੋ ਸਕਦਾ ਹੈ 2 ਦਿਨ ਬਾਕੀ ਰਹਿ ਗਏ ਆ, ਨਦੀ ਨਾਮ ਸੰਜੋਗੀ ਮੇਲੇ, ਪਤਾ ਨਹੀਂ ਕਦੋਂ ਮਿਲਦੇ ਆ ਕਦੋਂ ਨਹੀਂ। ਉੱਤੇ ਪੜੋ, ਕਾਮ। ਜਦੋਂ ਰੋਗ ਵੰਡੇ ਨੇ ਨਾ, ਰੋਗ ਤੇ ਜੀਭਾ ਦਾ ਰੋਗ ਮੱਛੀ ਨੂੰ ਦਿੱਤਾ ਹੈ, ਵਾਸ਼ਨਾ ਦਾ ਰੋਗ ਪਤੰਗੇ ਨੂੰ, ਉਹਨੂੰ ਭੌਰੇ ਨੂੰ ਦਿੱਤਾ ਹੈ, ਤੇ ਹਉਮੈ ਦਾ ਰੋਗ ਇਹਨੂੰ ਦਿੱਤਾ ਹੈ ਮਨੁੱਖ ਨੂੰ। ਆਖੋ ਵਾਹਿਗੁਰੂ। ਕਿਹਨੂੰ ਜੀ? ਹੰਕਾਰ ਦਾ ਰੋਗ ਕਿਹਨੂੰ ਲੱਗਾ ਹੈ? ਬੰਦੇ ਨੂੰ। ਜੀਭਾ ਦਾ ਮੱਛੀ ਨੂੰ, ਸੁੰਘਣ ਦਾ ਭੌਰੇ ਨੂੰ। ਤੇ ਉੱਥੇ ਲਿਖਿਆ ਜਿਹੜਾ ਕਾਮ ਦਾ ਰੋਗ ਆ, ਕਾਮ ਰੋਗ ਮੈਂਗਲ ਕੋ ਦੀਨਾ। ਮੈਂਗਲ ਬਣੇ ਹਾਥੀ। ਇਹ ਕੰਮ ਹੀ ਬੜਾ ਹੁੰਦਾ ਹੈ। ਆਖੋ ਵਾਹਿਗੁਰੂ। ਸਰੀਰ ਬੜਾ ਵੱਡਾ ਹੈ, ਕਾਮ ਦੇ ਅੰਦਰ ਭੰਡਾਰ ਭਰੇ ਪਏ ਨੇ। ਫਿਰ ਇਹ ਲੱਭਦਾ 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 ਹਥਨੀ ਨੂੰ ਜੰਗਲ ਦੇ ਵਿੱਚੋਂ, ਤੇ ਕਾਗਜ਼ ਦੀ ਹਥਨੀ ਵੇਂਦਾ ਹੈ, ਤੇ ਇੰਨਾ ਪਾਗਲ ਹੁੰਦਾ ਖੂਹ 'ਚ ਛਾਲ ਮਾਰ ਦਿੰਦਾ ਹੈ। ਅਸੀਂ ਸਾਰਿਆਂ ਮਾਰੀ ਜਿਵੇਂ ਹਾਥੀ ਦੀ ਫੋਟੋ ਨਾ ਬਣਾਇਓ। ਆ ਸਾਰੀ ਦੁਨੀਆ ਕੀ ਆ? ਕਾਗਜ਼ ਦੀ ਇੱਕ। ਤੇ ਇਹਦੇ ਉੱਤੇ ਅਸੀਂ ਮੋਹਤ ਹੋ ਕੇ ਵਿੱਚ ਛਾਲ ਮਾਰ ਦਿੱਤੀ ਆ। ਤੇ ਫਿਰ ਅੱਗੇ ਵੇਖੋ ਪੜਿਆ, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ। ਜਦੋਂ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਹਾਥੀ ਵਾਂਗੂ ਫਸ ਜਾਂਦਾ ਹੈ, ਤੇ ਐਡਾ ਆਜ਼ਾਦ ਜਾਨਵਰ ਜੰਗਲ 'ਚ ਘੁੰਮਣ ਵਾਲਾ ਸਭ ਤੋਂ ਵੱਡਾ, ਫਿਰ ਅੰਕਸ਼ ਸਹਿਓ ਸੀਸ। ਪਤਾ ਲੱਗਾ ਕਿ ਨਹੀਂ ਜੀ? ਨਹੀਂ, ਫਿਰ ਦੱਸਦਾ। ਇੱਕ ਸੂਆ ਨਹੀਂ ਹੁੰਦਾ ਹਾਥੀ ਦੇ
ਜਿਹੜਾ ਉੱਤੇ ਬੈਠਾ ਹੁੰਦਾ ਉਹਦੇ ਇਸ ਤਰ੍ਹਾਂ ਮਾਰਦਾ, ਉਹਨੂੰ ਅੰਕਸ ਕਹਿੰਦੇ। ਫਿਰ ਘੜੀ ਬਿੜੀ ਉੜਦਿਆਂ ਬਹਿੰਦਿਆਂ ਉਹਦੇ ਸਿਰ ਤੇ ਵਸ ਕਿਹਨੇ ਕੀਤਾ? ਵਾਸ਼ਨਾ ਨੇ। ਬੋਲੋ ਜੀ ਜਰਾ। ਜੇ ਕਿਤੇ ਜਹਾਜ਼ ਤੇ ਚੜ ਜਾਣ, ਵਾਹਿਗੁਰੂ ਵਾਹਿਗੁਰੂ ਵਾਹਿ, ਬੜਾ ਸੋਹਣਾ ਪ੍ਰਮਾਣ ਆ। ਜੇ ਅੰਦਰ ਲੈ ਜਾਓ ਤੇ ਇਹ ਸਾਰੀ ਦੁਨੀਆ ਦੀ ਬਨਾਵਟ ਇੱਕ ਹਥਣੀ ਆ। ਜੇ ਬਚਣਾ ਹੈ ਤੇ ਜਹਾਜ਼ ਤੇ ਚੜੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਫਿਰ ਇੱਕ ਵਾਰ ਰਿਪੀਟ ਕਰਨ ਲੱਗਾ, ਮੈਨੂੰ ਕੋਈ ਸ਼ਰਮ ਨਹੀਂ ਮੈਂ ਕੀ ਕਹਿ ਰਿਹਾ, ਕਿਉਂਕਿ ਬਚਨ ਗੁਰਬਾਣੀ ਦੇ ਕਹਿ ਰਹੇ। ਕਾਗਜ਼ਾਂ ਦੀ ਬਣਾਉਂਦੇ ਨੇ, ਉਹਨੂੰ ਕਾਹਦੇ ਸੁੱਟ ਦਿੰਦੇ ਨੇ? ਖੂਹ 'ਚ। ਖੂਹ ਹੁੰਦਾ ਨੀਵਾਂ ਡੂੰਘਾ, ਹਾਥੀ ਮਸਤੀ ਵਿੱਚ ਆਇਆ ਸਮਝ ਕੇ ਕੀ ਵੀ ਇਹ ਹੱਥਣੀ ਆ, ਤੇ ਵਾਸ਼ਨਾ ਦੇ ਵਸ ਉਹਦੇ ਛਾਲ ਮਾਰ ਦਿੰਦਾ ਹੈ। ਜਦੋਂ ਛਾਲ ਮਾਰ ਦਿੰਦਾ ਤੇ ਹੁਣ ਇੰਨਾ ਭਾਰਾ ਬਾਹਰ ਨਿਕਲ ਨਹੀਂ ਸਕਦਾ, ਅਸੀਂ ਸਾਰਿਆਂ ਮਾਰੀ। ਹੁਣ ਉਸ ਖੂਹ ਦੇ ਵਿੱਚੋਂ ਅਸੀਂ ਬੋਲੋ ਨਿਕਲ ਹੀ ਨਹੀਂ ਸਕਦੇ। ਫਿਰ ਅਸੀਂ ਕਿਹਦੇ ਵਸ ਹੁੰਦੇ? ਸ਼ਿਕਾਰੀ ਦੇ। ਸ਼ਿਕਾਰੀ ਨੇ ਕਾਬੂ ਕਰ ਲਿਆ। ਉਹਨੇ ਹੁਣ ਆਖਿਆ ਚੱਲ, ਕੱਲ ਤੱਕ ਐਡਾ ਵੱਡਾ ਤਗੜਾ, ਹੁਣ ਮੇਰੇ ਇਸ਼ਾਰੇ ਤੇ ਚੱਲ। ਵੇਖੋ ਐਡਾ ਵੱਡਾ ਗੁਲਾਮ ਹੋ ਗਿਆ। ਇਸ ਤਰ੍ਹਾਂ ਇੱਕ ਸੂਆ ਫੜਿਆ, ਮਾਰਦਾ ਨਹੀਂ ਅਜੇ, ਮਗਰ ਡਰਾਇਆ ਐਸਾ ਹੈ ਵੀ ਜੇ ਐਨੂੰ ਮੂੰਹ ਕੀਤਾ, ਆਖੋ ਵਾਹਿਗੁਰੂ, ਤੇ ਤਾਂ ਸੂਆ ਵੱਜੂ। ਜੇ ਐਨੂੰ ਮੂੰਹ ਕੀਤਾ ਤੇ ਕਮਾਲ ਦੀ ਗੱਲ, ਪਿੰਡਾਂ 'ਚ ਲਈ ਫਿਰਦੇ ਨੇ। ਜੰਗਲ ਦੇ ਰਾਜੇ ਨੂੰ ਪਿੰਡਾਂ ਵਿੱਚ ਖੜ ਕੇ ਉਹਦੇ ਨਾਂ ਤੇ ਪੈਸੇ ਮੰਗਦੇ ਨੇ। ਤੁਸੀਂ ਸਿਰ ਹਿਲਾਉਣ ਤੋਂ ਪਹਿਲਾਂ ਇਹਨਾਂ ਬਚਨਾਂ ਨੂੰ ਅੰਦਰ ਲੈ ਜਾਓ ਵੀ ਇਸ ਤਰ੍ਹਾਂ ਦੀ ਇੱਕ ਦੁਨੀਆ ਹੈ, ਕਾਗਜ਼ਾਂ ਦੀ ਹੱਥਣੀ, ਜਿੱਥੇ ਤੇ ਮੇਰਾ ਮਨ ਆਸ਼ਕ ਹੋ ਕੇ ਇਸ ਹੱਥਣੀ ਦੇ ਜਾਲ ਵਿੱਚ ਫਸ ਗਿਆ ਹੈ, ਦੁਨੀਆ ਦੀ ਮੋਹ ਮਾਇਆ 'ਚ। ਬੋਲੋ। ਤੇ ਹੁਣ ਰੋਜ਼ ਜਮਾਂ ਦੇ, ਧੀਆਂ ਦੇ, ਪੁੱਤਾਂ ਦੇ ਮੋਹ ਦੇ ਅੰਕ ਸਹਿ ਰਿਹਾ ਹੈ, ਮਗਰ ਭੱਜ ਨਹੀਂ ਸਕਦਾ, ਕਾਬੂ ਆ ਗਿਆ। ਹੁਣ ਜਿਸ ਤਰ੍ਹਾਂ ਧੀ ਕਹਿੰਦੀ, ਆਖੋ ਵਾਹਿਗੁਰੂ, ਗੱਜ ਕੇ ਬੋਲੋ ਨਾ। ਜਿਸ ਤਰ੍ਹਾਂ ਧੀ ਕਹਿੰਦੀ, ਪੁੱਤ ਕਹਿੰਦਾ, ਉਸ ਤਰ੍ਹਾਂ ਪਿਓ ਨੂੰ ਕਰਨਾ ਪੈਂਦਾ। ਕਿਉਂ? ਫਸ ਗਿਆ ਨਾ, ਅੰਕਸ ਹੈ ਨਾ ਮੋਹ ਦਾ, ਸੂਏ ਦਾ, ਲੋਹੇ ਦਾ ਨਹੀਂ, ਮੋਹ ਦਾ ਅੰਕਸ ਫੜਿਆ, ਉਹਦੇ ਨਾ ਛੱਡ ਸਕਦਾ ਹੈ। ਕਾਬੂ ਆ ਗਿਆ। ਕੌਣ? ਹਾਥੀ। ਹਾਥੀ ਬੋਲੋ ਕੌਣ? ਵੇਖੋ ਉਹ ਗੁੜੀਆ ਜਿਹੜੀ ਬੈਠੀ, ਜਿਹਨੇ ਐਂ ਕੀਤਾ, ਉਹ ਤਾਂ ਪਤਾ ਨਹੀਂ ਲੱਗ ਰਿਹਾ, ਲੱਗਦਾ ਲੱਗ ਰਿਹਾ ਗੱਲ ਦਾ। ਅੱਛਾ, ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਪੁੱਛ ਸਕਦਾ ਬਾਹਰ ਜਾ ਕੇ? ਅੱਛਾ। ਕਾਲਬੂਤ ਕੀ ਹਸਤਨੀ ਮਨ ਬੋਰਾਰੇ, ਚਲਤ ਰਚਿਓ ਜਗਦੀਸ਼। ਆ ਜਿਹੜਾ ਚਲਤ ਰਚਿਆ ਤਮਾਸ਼ਾ ਕੀਤਾ ਹੈ ਨਾ, ਆ ਦੁਨੀਆ ਬਣਾਈ ਆ, ਇਹ ਕੀ ਆ? ਕਾਗਜ਼ ਦੀ। ਕਾਮ ਸਵਾਏ ਗਜ ਬਸ ਪਰੇ ਮਨ ਬੋਰਾਰੇ। ਕਾਮ ਵਾਸ਼ਨਾ ਦੇ ਅਧੀਨ ਕਾਬੂ ਆ ਗਿਆ ਹਾਥੀ। ਫਿਰ ਅੰਕਸ ਸਹਿਓ ਸੀਸ ਵਿਖੇ ਬਾਚ। ਇਹਦਾ ਅਰਥ ਸੁਣਿਓ। ਵਿਖੇ, ਇਹਦਾ ਅਰਥ ਇਹ ਆ ਵਿਖੇ ਵਕਾਰਾਂ ਤੋਂ ਬਚ। ਬਾਚ ਦਾ ਮਤਲਬ, ਉੱਚੀ ਬੋਲੋ, ਪੜ੍ਹ ਰਹੇ ਹੋ? ਵਿਖੇ ਵਿਸ਼ੇ ਵਾਸਕਵਾਰਾਂ ਤੋਂ, ਤੇ ਕਰ ਕੀ? ਇਹਨਾਂ ਵਿਸ਼ੇ ਵਕਾਰਾਂ ਤੋਂ ਰਚ ਕੇ ਤੇ ਉਹਦੇ ਰੰਗ ਵਿੱਚ ਰੰਗਿਆ ਜਾ। ਵਿਖੇ ਬਾਚ ਹਰ ਰਾਚ, ਸਮਝ ਮਨ। ਪਤਾ ਲੱਗ ਰਿਹਾ ਜੀ? ਕੋਈ ਹੱਥ ਖੜਾ ਕਰੋ ਜਿਹਨੂੰ ਨਹੀਂ ਪਤਾ ਲੱਗਾ, ਮੈਂ ਫੇਰ ਕੋਸ਼ਿਸ਼ ਕਰੂੰ। ਮਹਾਰਾਜ ਪਾਤਸ਼ਾਹ ਕਹਿੰਦੇ ਵਿਸ਼ੇ ਵਕਾਰਾਂ ਤੋਂ ਮੇਰਿਆ ਮਨ, ਤੇ ਇਧਰੋਂ ਬਚ ਕੇ ਇਹਦੇ ਨਾਲ ਰੰਗਿਆ ਜਾ। ਹਰ ਰਾਚ, ਰਚਨਾ ਮਚਣਾ, ਇਸ ਮਾਲਕ ਦੀ ਬਾਣੀ ਨਾਲ ਰਚ ਮਚ ਜਾ। ਵਿਖੇ ਬਾਚ ਹਰ ਰਾਚ ਸਮਝ ਮਨ। ਆਖਿਆ ਜੀ ਜਪਿਆ ਨਹੀਂ ਜਾਂਦਾ, ਕਹਿੰਦੇ ਨਿਰਭੈ ਹੋਏ ਨਾ ਹਰ ਭਜੇ। ਨਾਮ ਤੇ ਜਪਦਾ ਹੈ ਮਗਰ ਡਰ ਕੇ, ਨਿਰਭਉ ਹੋ ਕੇ ਜਪ। ਨਿਰਭੈ ਹੋਏ ਭਜੋ, ਆਉਂਦੀ ਨਹੀਂ ਬਾਣੀ? ਨਿਰਭੈ ਹੋਏ ਭਜੋ। ਤੇ ਉਸ ਜਪੇ ਹੋਏ ਨੂੰ ਸਾਧ ਸੰਗਤ ਮਿਲ। ਇੱਥੇ ਆਪ ਜਪ ਤੇ ਲੋਕਾਂ ਨੂੰ ਜਪਾ, ਵਾਹਿਗੁਰੂ ਵਾਹਿਗੁਰੂ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਤੱਕ ਪਤਾ ਲੱਗ ਗਿਆ ਜੀ। ਵੇਖੋ ਭੁੱਲੇ ਨਾ, ਹੱਥ ਜੋੜ ਕੇ ਬੇਨਤੀ, ਚੁਗਲੀ ਭੁੱਲਦੀ ਨਹੀਂ, ਕਿਸੇ ਦੀ ਕੱਢੀ ਗਾਲ ਭੁੱਲਦੀ ਨਹੀਂ, ਖਸਮ ਦੀਆਂ ਗੱਲਾਂ ਭੁੱਲ ਜਾਂਦੀਆਂ। ਇਤਨਾ ਹੀ ਹੈ ਜੀ। ਜੋ ਇੱਥੋਂ ਸੁਣ ਕੇ ਗਏ ਤੇ ਭੁੱਲ ਦੀ ਗੱਲ ਉਹ ਹੁੰਦੀ ਹੈ ਜਿਹਨੂੰ ਐਵੇਂ ਹੀ ਸਮਝੀਦਾ। ਸੁਣੋ ਪੁੱਤ, ਗੱਲ ਕਿਹੜੀ ਭੁੱਲਦੀ? ਜਿਹਨੂੰ ਟਾਈਮ ਪਾਸ ਲਈ ਸੁਣਿਆ ਹੋਵੇ ਤੇ ਬਾਹਰ ਜਾ ਕੇ ਆਖਿਆ ਨਹੀਂ ਭਾਜੀ ਮੈਨੂੰ ਨਹੀਂ ਪਤਾ ਕੀ ਕੀਤੀ ਸੀ ਗੱਲ ਉੱਥੇ। ਹੱਬੇ ਥੋਕ ਵਸਾਰ ਇੱਕੋ ਖਿਆਲ ਕਰ, ਸਭੇ ਗੱਲਾਂ ਵਿਸਰਨ ਸਾਰੀਆਂ ਭੁੱਲ ਜਾਣ। ਹਾਂ, ਮਾਂ ਨੇ ਕੀ ਆਖਿਆ, ਪਿਓ ਨੇ ਕੀ ਆਖਿਆ, ਦੋਸਤ ਨੇ ਕੀ ਆਖਿਆ, ਮਿੱਤਰ ਨੇ ਕੀ ਆਖਿਆ, ਇਹ ਸਾਰੀਆਂ ਭੁੱਲ ਜਾਣ, ਮਗਰ ਇਹ ਨਾ ਭੁੱਲੇ ਜਿਹੜੀ ਇਸ ਮਿੱਤਰ ਨੇ ਕਹੀ। ਇੱਕੋ ਵਿਸਰ ਨਾ ਜਾਓ। ਅੱਗੇ ਜਾ ਕੇ ਸਾਹਿਬ ਜੀ ਦੂਸਰਾ ਪਹਿਲੋਂ ਹਾਥੀ ਦਾ ਦਿੱਤਾ ਹੈ, ਹੁਣ ਬਾਂਦਰ ਦਾ ਦੇਣ ਲੱਗੇ। ਇਸ ਤਰ੍ਹਾਂ ਬੈਠੋ, ਆਖੋ ਵਾਹਿਗੁਰੂ। ਹੁਣ ਕਿਹਦਾ ਦੇਣ ਲੱਗੇ? ਬਾਂਦਰ ਨੂੰ ਫੜਨ ਨੂੰ ਕੀ ਕਰਦੇ ਆ? ਇੱਕ ਕੁੱਜੀ ਮਿੱਟੀ 'ਚ ਨੱਪ ਦਿੰਦੇ, ਕੁੱਜੀ ਮਿੱਟੀ ਦੀ ਧਰਤੀ 'ਚ ਕੱਢ ਦਿੰਦੇ, ਉਹਦੇ 'ਚ ਛੋਲੇ ਪਾ ਦਿੰਦੇ ਜਾਂ ਕੋਈ ਖਾਣ ਵਾਲੀਆਂ ਫੁੱਲੀਆਂ ਪਾ ਦਿੰਦੇ। ਆਖੋ ਵਾਹਿਗੁਰੂ। ਸੁਣ ਲਾ ਚੰਗੀ ਤਰ੍ਹਾਂ। ਹਾਂ ਮਿੱਤਰ ਹੈ ਮੇਰਾ, ਆਖੋ ਵਾਹਿਗੁਰੂ। ਉਹਨੂੰ ਕਹਿਣਾ ਕਿ ਸੁਣ ਲਾ ਚੰਗੀ ਤਰ੍ਹਾਂ। ਹਾਂ, ਕਿਉਂਕਿ ਹਰ ਬੰਦਾ ਆਪਣੇ ਮਿੱਤਰ ਨੂੰ ਬਚਾਉਣਾ ਚਾਹੁੰਦਾ ਹੈ। ਤੁਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿੱਤਰ ਹਾਂ, ਦੋਸਤ ਹਾਂ, ਆਪਾਂ ਧੀਆਂ ਪੁੱਤਰਾਂ, ਤੇ ਸਾਨੂੰ ਬਚਾਉਣਾ ਚਾਹੁੰਦਾ ਗੁਰੂ। ਆਂਦੇ ਉਹ ਕੁੱਜੀ ਦੇ ਵਿੱਚ ਛੋਲੇ ਜਾਂ ਫੁੱਲੀਆਂ ਪਾ ਕੇ ਤੇ ਮਿੱਟੀ 'ਚ ਨੱਪ ਦਿੰਦੇ। ਇੱਧਰ ਇਹ ਬਾਂਦਰ ਸਭ ਤੋਂ ਸ਼ੈਤਾਨ ਤੇ ਸਭ ਤੋਂ ਕਲੈਵਰ ਬੰਦਾ, ਜਿਹੜਾ ਕਿਸੇ ਦੇ ਕਾਬੂ ਨਾ ਆਉਣ ਵਾਲਾ। ਵੇਖਿਆ ਜੇ ਕਦੀ ਬਾਂਦਰ ਨੂੰ ਫੜ ਸਕਦੇ ਹੋ ਜੰਗਲ 'ਚੋਂ? ਬੋਲੋ। ਇੱਥੋਂ ਤੱਕ ਤੁਸੀਂ ਪਹੁੰਚੇ ਹੋ, ਛਾਲ ਮਾਰ ਕੇ ਦੂਸਰੇ ਟਾਣੇ ਤੇ ਚਲੇ ਗਏ, ਉੱਥੇ ਗਏ, ਉਹਨੇ ਛਾਲ ਮਾਰੀ, ਦੂਸਰੇ ਤੇ ਚਲੇ ਗਏ। ਇਤਨਾ ਹੀ ਤੁਹਾਡਾ ਮਨ ਆ। ਇਹ ਬਾਂਦਰ ਦਾ ਤੇ ਪ੍ਰਮਾਣ ਆ। ਗੱਲ ਸਾਰੀ ਕਿਤੇ 'ਚ ਮਨ ਤੇ ਟਿਕਾ ਰਿਹਾ। ਮਹਾਰਾਜ ਪਾਤਸ਼ਾਹ ਕਹਿੰਦੇ ਮਰਕਟ ਮੁਸਟੀ ਅਨਾਜ ਕੀ ਮਨ ਬਉਰਾਰੇ ਲੀਨੀ ਹੱਥ ਪਸਾਰ। ਜਦੋਂ ਕੁੱਜੀ ਦੇ ਵਿੱਚ ਹੱਥ ਪਾਇਆ ਤੇ ਇਸ ਤਰ੍ਹਾਂ ਕੀਤਾ ਇਕੱਠਾ, ਇਸ ਤਰ੍ਹਾਂ ਉਹਦੀ ਸ਼ੇਪ ਇਸ ਤਰ੍ਹਾਂ ਦੀ ਹੋ ਗਈ। ਹੱਥ ਪਾਇਆ ਜਦੋਂ, ਮਗਰ ਜਦੋਂ ਮੁੱਠੀ ਭਰ ਲਈ ਤੇ ਇਸ ਤਰ੍ਹਾਂ ਹੋ ਗਈ। ਹੁਣ ਕੁੱਜੀ ਦਾ ਮੂੰਹ ਛੋਟਾ ਹੈ, ਪਤਾ ਲੱਗ ਗਿਆ? ਜੇ ਤੇ ਨਹੀਂ ਲੱਗਾ ਤਾਂ ਫੇਰ ਹੀ ਹੋਰ ਲਾਉਣਾ। ਲੱਗ ਗਿਆ ਪਤਾ? ਪਹਿਲਾਂ ਜਦੋਂ ਪਾਇਆ ਉਹਦੀ ਸ਼ੇਪ ਇਸ ਤਰ੍ਹਾਂ ਸੀ, ਉਹਦੇ ਵਿੱਚ ਹੱਥ ਪੈ ਗਿਆ, ਮਗਰ ਗਲਤੀ ਇਹ ਕੀਤੀ ਵੀ ਮੁੱਠੀ ਭਰ ਬੈਠਾ, ਤੇ ਮੁੱਠੀ ਭਰ ਕੇ ਐਂ ਕੱਢਣ ਲੱਗਾ, ਹੁਣ ਹੱਥ ਨਿਕਲਦਾ ਨਹੀਂ। ਆਖੋ ਵਾਹਿਗੁਰੂ। ਹੱਥ ਤੇ ਦੂਰੋਂ ਸ਼ਿਕਾਰੀ ਭੱਜਾ ਆਉਂਦਾ ਦਿਸਦਾ ਹੈ, ਤੁਹਾਨੂੰ ਤੇ ਮੈਨੂੰ ਵੀ ਕਾਲ ਤੁਰਿਆ ਆਉਂਦਾ ਦਿਸ ਰਿਹਾ ਹੈ। ਪਤਾ ਜੇ ਕਿ ਨਹੀਂ? ਕਾਲ ਤੋਂ ਪਹੁੰਚੇ ਆਣ, ਕਾਲ ਤੋਂ ਕਹਾਂ ਜਾਏ ਹੈ ਭਾਜਰੇ। ਭੱਜੇਗਾ ਤੇ ਤਾਂ ਜੇ ਮੁੱਠੀ, ਬੋਲੋ, ਮੁੱਠੀ ਛੱਡੇਗਾ ਤੇ, ਮਗਰ ਮੁੱਠੀ ਛੱਡਣ ਬਾਰੇ ਤੇ ਤੂੰ ਸੋਚਿਆ ਹੀ ਨਹੀਂ। ਮੈਂ ਨਹੀਂ ਕਹਿੰਦਾ ਧੀਆਂ ਪੁੱਤ ਛੱਡ, ਆਖੋ ਵਾਹਿਗੁਰੂ। ਧੀਆਂ ਪੁੱਤ ਦੇ ਵਿੱਚ ਰਹੋ, ਮਗਰ ਸੁਰਤ ਕਰਕੇ ਆਜ਼ਾਦ ਹੋ ਜਾ। ਸੁਰਤ ਕਰਕੇ, ਸੁਰਤ ਨੇ ਮੁੱਠੀ ਨਾ ਭਰੀ ਹੋਏ। ਸੁਰਤ ਜੇ ਕਿ ਮੁੱਠੀ ਨਹੀਂ ਭੜੂਗੀ, ਸੱਚਮੁੱਚੀ ਕਾਲ ਤੋਂ ਪਹਿਲੋਂ ਉੱਡ ਜੂਗਾ ਆਪੇ, ਸ਼ਿਕਾਰੀ ਆਉਣ ਤੋਂ ਪਹਿਲੋਂ ਭੱਜ ਜੂਗਾ। ਅਸੀਂ ਕੀ ਕਰ ਰਹੇ ਹਾਂ? ਸੁਰਤ ਜੋੜ ਬੈਠੇ ਹਾਂ ਧੀਆਂ ਪੁੱਤਾਂ 'ਚ। ਸੁਰਤ ਜੋੜਨੀ ਸੀ ਇਹਦੇ। ਆਖੋ ਵਾਹਿਗੁਰੂ। ਕਈ ਵਾਰ ਬਾਣੀ 'ਚ ਦੱਸਿਆ ਕੀ ਹੋਇਆ, ਕਈ ਵਾਰ ਬਾਣੀ 'ਚ ਦੱਸਿਆ ਜਿਹੜੀ ਸੁਰਤੋਂ ਪਤਨੀ ਆ ਤੇ ਸ਼ਬਦ ਇਹਦਾ ਪਤੀ ਹੈ। ਇੱਕ ਵਾਰ ਬੋਲੋ, ਮੈਂ ਕੀ ਕਿਹਾ? ਹੁਣ ਪਤੀ ਦਾ ਖਹਿੜਾ ਛੱਡ ਬੈਠੀ ਆ, ਤੇ ਜਿਹੜੇ ਕੁਝ ਨਹੀਂ ਲੱਗਦੇ, ਗੁਰ ਮੇਰੇ ਸੰਗ ਰਹਿਣਾ ਸੀ, ਉਹਨੇ ਨਾਲ ਰਹਿਣਾ ਸੀ, ਗੁਰ ਕਾ ਬਚਨ ਬੱਸੇ ਜੀ, ਉਹਨੇ ਨਾਲ ਰਹਿਣਾ ਸੀ, ਇਹਨੇ ਉਹਨੂੰ ਇਹ ਵਿਸਾਰ ਚੁੱਕੀ, ਸ਼ਬਦ ਨੂੰ ਵਿਸਾਰ ਚੁੱਕੀ, ਫਸ ਕੇ ਦੇ ਨਾਲ ਗਈ। ਮਾਮੇ ਤੇ ਮਮਾਣੀਆਂ, ਬੋਲੋ। ਸੁਰਤ ਮਾਮੇ 'ਚ ਲੱਗ ਗਈ, ਮਾਮੀਆਂ 'ਚ ਲੱਗ ਗਈ। ਨਾ ਭੈਣਾਂ ਭਰਜਾਈਆਂ, ਨਾ ਸੇ ਸੱਸੜੀਆਂ, ਨਾ ਇੱਥੇ ਕੋਈ ਦੀ ਭੈਣ ਹੈ ਨਾ ਭਰਜਾਈ ਹੈ, ਮਗਰ ਬਣਾ ਕੇ ਬੈਠਾ। ਆਖੋ ਵਾਹਿਗੁਰੂ। ਬਣਾ ਕੇ ਬੈਠਾ, ਮੇਰੀ ਇੱਕ ਤੇ ਭੈਣ ਵੀ ਆ, ਇੱਥੇ ਮੇਰੀ ਭਰਜਾਈ ਵੀ ਆ। ਸੱਚਾ ਸਾਕ ਨਾ ਟੁੱਟਈ, ਗੁਰ ਮੇਲੇ ਸਈਆਂ। ਆ ਜਿਹੜੇ ਤੁਸੀਂ ਬੈਠੇ ਹੋ ਨਾ, ਵੇਖੋ ਇਹਦੇ 'ਚ ਹੋ ਸਕਦਾ ਰਿਸ਼ਤੇਦਾਰ ਵੀ ਬੈਠੇ ਹੋਣ। ਆਖੋ ਵਾਹਿਗੁਰੂ।
ਪਿਓ ਪੁੱਤ ਵੀ ਬੈਠੇ ਹੋਣ, ਭੈਣ ਭਰਾ ਵੀ, ਭੈਣ ਭਰਾ ਵੀ ਆਏ ਹੋਣ ਕਥਾ ਸੁਣਨ, ਮਗਰ ਇੱਕ ਇਸ਼ਾਰਾ ਸਮਝਿਓ, ਜਿਹੜੀ ਸਤਸੰਗਤ ਬੈਠੀ ਹੈ ਨਾ, ਨਾਮ ਧਰੀਕ ਝੂਠੇ ਸਭ ਸਾਖ। ਇੱਕ ਵਾਰ ਬੋਲੋ, ਆਇਆ ਨਾਮ ਆ ਜਾਊਗਾ, ਨਾਮ ਧਰੀਕ ਝੂਠੇ। ਇਹਦਾ ਮਤਲਬ ਹੈ ਜਿਸ ਜਿਸ ਰਿਸ਼ਤੇ ਦਾ ਨਾਮ ਰੱਖਿਆ ਗਿਆ ਨਾ, ਭੈਣ ਆਏ, ਚਾਚਾ ਆਏ, ਤਾਇਆ ਹੈ, ਇਹ ਬੜਾ ਬਰੀਕ ਸ਼ਬਦ ਆ ਪੁੱਤ, ਫੜਨਾ ਤੂੰ, ਫੜਨਾ ਬਈ, ਬਰੀਕ ਸ਼ਬਦ ਆ। ਜਿਸ ਰਿਸ਼ਤੇ ਦਾ ਨਾਂ ਰੱਖਿਆ ਗਿਆ ਹੈ, ਪੁੱਤਰ ਹੈ, ਮਾਂ ਆਏ, ਤੀ ਆ ਗਿਆ ਜੀ, ਨਾਮ ਧਰੀਕ, ਨਾਮ ਧਰਿਆ ਜਿਹਦਾ, ਉਹ ਕੀ ਨੇ? ਮਗਰ ਜੁੜਿਆ ਫਿਰ ਝੂਠ ਨਾਲ ਹੀ ਹੈ ਨਾ। ਆ ਜਿਹੜੀ ਸੰਗਤ ਬੈਠੀ, ਇਹਦੇ ਚ ਨਾ ਤੇਰੀ ਕੋਈ ਮਾਸੀ ਬੈਠੀ, ਨਾ ਕੋਈ ਚਾਚਾ ਬੈਠਾ, ਨਾ ਕੋਈ ਭੈਣ ਬੈਠੀ, ਕੋਈ ਵੀ ਨਹੀਂ ਬੈਠਾ। ਇੱਕ ਰਿਸ਼ਤਾ ਸੱਚਾ ਹੈ। ਗੁਰ ਮੇਲੇ ਸਈਆਂ, ਗੁਰੂ ਨੇ ਸਈਆਂ ਮਾने ਸਤਸੰਗਤੀ ਸਹੇਲੀਆਂ, ਇਹਨਾਂ ਨਾਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਕਟ ਮੁਸ਼ਟੀ ਅਨਾਜ ਕੀ ਮਨ ਉਤੇ ਆ ਗਿਆ। ਮਨ ਮੇਰਿਆ ਮਨ ਪਾਗਲਾ, ਜਿਸ ਤਰ੍ਹਾਂ ਬਾਂਦਰ ਮੁੱਠੀ ਭਰ ਵਿੰਡਾ ਤੇ ਛੱਡਦਾ ਨਹੀਂ ਨਾ, ਤੂੰ ਵੀ ਧੀਆਂ ਪੁੱਤਰਾਂ ਦੇ ਮੋਹ ਨੂੰ ਬੋਲਦੇ ਨਹੀਂ। ਤੂੰ ਕਹਿੰਦਾ ਛੱਡ ਦਾਂਗੇ ਦੋਵਾਂ ਕੁ ਦਿਨਾਂ ਨੂੰ, ਅਜੇ ਕਿਹੜਾ ਆ ਗਿਆ, ਪਤਾ ਲੱਗਾ ਪੁੱਤ, ਅਜੇ ਕਿਹੜਾ ਕਾਲ, ਤੇ ਤੁਰਿਆ ਆਉਂਦਾ ਤੈਨੂੰ ਦਿਸ ਰਿਹਾ ਹੈ, ਤੁਰਿਆ ਆਉਂਦਾ ਤੈਨੂੰ। समान तो चला गया, समान तो अब तो हम भी जाने वाले हैं। ਇਹਦਾ अर्थ बड़ा प्यारा है। ਅੱਖਾਂ ਗਈਆਂ, ਕੰਨ ਗਏ, ਦੰਦ ਗਏ, सब कुछ तुरिया जा रहा है, रह गया मैं। कहते समान तो चला गया, अब तो हम भी जाने वाले हैं। पकड़ रहे हो जी, काल आउंदा दिस रहा है, जो उपजियो पता लग गया भी एक ना एक दिन इस काल ने मैनू मूँह च आज काल फुन तोहे गरस है, गरस मैंने खा जाऊगा। समझ रखो, चीत चेते विच समझ के रखो भी ये जिहड़ा काल ब्याल ज्यों परियो डोले मुख पसारे मीत, इस तरह मूँह अड्ड के तेरे वाल नूं काल तुरिया आउंदा, मौत तुरी आउंदी आ। आज काल फुन तोहे गरस है, इन्हें मौत दे नाग ने तेनू खा जाना है, गरसना खा जाना है, तेरा पता भी नहीं लगना तू कित्थे गया है, मगर तू समझ नहीं रहा। मेरा साहब कहंदा मुट्ठी छड्डण दी बजाय तू होर घुट रहा, जो जो बुढ़ा हो जाना है चाहिदा सी। मैं वेखे लोग पागल हो गए, सच्ची मुच्ची पागल हो गए। बहुत सारे लोगों घर प्रसादा छकण जाना, आखो वाहिगुरू, यह ना कहना भी प्रसादा नहीं तेन छकाउणा, तू तो साडा पागलपन वेना है, ऐसा ना सोचना। हरकतां पागलों वालियां वेना, आखो वाहिगुरू। अरदास करो भाई साहब जी, कारोबार चले, ये पागल दी हरकत आ। प्राणी तू आया लाहा, ये नहीं भी तू एक कारोबार तो दो कारोबार, दो तो तीन कर ला, ये लाहा नहीं। लाहा हर हर नाम लियो। लाहा लाहा की है, लाहा खाट होइए तनवंता, अपना प्रभु ते आइए। लाहा की है, वाहिगुरू दा सिमरन करना। आखो वाहिगुरू। आ शब्द बड़े प्यारे। मरकट मुष्टि अनाज की मन लीनी, पढ़ो लीनी। इतना पा लिया छेप बना के विच हथ, ते उधरों आंदा धी भी प्यारी, पुत भी प्यारा, ते मुट्ठी फड़ ली। उधरों काल, जितना बांदर लई शिकारी तुरिया आउंदा है, साडे लई काल तुरिया आउंदा है, जिन्हें सानू पकड़ लेना है। आखो वाहिगुरू। ओनू फिर लिखिया छुटन को, बांदर नू पहलों समझाया, उहदा प्रमाण दिता। छुटन को सैसा परिया मन बौरारे। हुण 24 घंटे संगली पै गई गल च, किहदे च? बांदर दे च। ते ओह डुगडुगी वजाउंदा ते कहंदा नच। काल दी गल आ, कल तक जेड़ा किसी दे काबू नहीं सी आउंदा, किसी दा कहना नहीं सी मनदा, उहनूं चंगे भले नूं शिकारी कहंदा ते नचदा।
घर घर बार, घर घर बार का मतलब ये इत्थे प्रमाण दूसरा तो यह आ भी लोगों के बूहे अगे जाके डुग डुगी बजाता है तो कहता चल 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 नच, तो नच के कदी राणी बनता, कदी राजा बनता, कदी लाड़ा बनता, कदी वोटी। ये सारे गेम करके विखाउंदा कौन? बांदर, क्योंकि फस चुके है। आखो वाहिगुरू। असीं भी मोह माया दी वो जी कुज्जी है ना, वो हथ पा बैठे हाँ, तो धियां पुत्तां तो सुरत तां चुकते नहीं, कारोबारां तो सुरत तां। पता लग रहा जी, सुरत तां ते काल दा शिकारी आ रहा है, उन्हें फड़ लेना है, उन्होंने बूहे बूहे अगे नचाउंदा है, इनू 84 लख जूनी ते नचाउणा है। कदी कुत्ता बनाउणा है, कुत्ता बना के कहना भौंक, कदी सूर बनाउणा है, कहना गंद खा। पता लग रहा जी। कदी डंगर बनाउणा है, कदी कां बनाउणा है, गंद खा गंद। आखो वाहिगुरू। एक भगत नामदेव का बचन है, लक्ष्य सिद्धा करो जे थक नहीं गए थे, हाली अपना वैसे टाइम रहिंदा है। आखो वाहिगुरू। उत्थे कहंदे सूकर कूकर जोन भरमे, उत्ते आ गया सूकर कूकर आ गया, आजूगा आजूगा सूकर। भगत नामदेव कहंदा तेरा रैकट पिछला दसा। पता लगा जी? तेरा पिछला दसा भी तेरे रैकट में तू पिछली जूनी च की से आ तेन विखावा। रूह विच तेरे वाली सी मगर तू सूर से, ते मैं विखाउना नाले दे विच लेट रहा, 12-14 बच्चे जम्मे मगर मगर तेरे भज्जे फिरदे। आखो वाहिगुरू। ते जिथे मर्जी ऐना ना मूँह धक देंदा से गंद विच, आ मैं तेनों विखावा तू कदी सूर भी से। पकड़ रहे हो जी गुरु के सिखो? कदी तू अगे लिखिया कूकर कुत्ते दी, ते लोकां दे बूहियां बूहियां अगे खांदा फिरदा ते गंद खांदा सैं। ये 2 जूना तू भटक के बंदियां आया है, सूकर कूकर जोन भरमे। ते अगे लिखिया तेनू शर्म नहीं आई अजे भी? अजे भी तो गंद ही खाई जाना है। अखां नाल भी गंद, कन्नां नाल भी गंद, मूँह नाल भी गंद, हत्थां नाल भी गंद। गंद खाणों ते तुहाडिਆਂ ने तेरी जूनी बदली आ, सुभाਅ नहीं बदलिया। पता लग रहा जी? जूनी बदली, अजे भी ते चुगली दा गंद ही खाना है। राम नाम छाड़ अमृत उत्ते आया है। बोलो राम नाम काहे बिख खाई। राम दे नाम दा अमृत छड्ड के अजे भी तू जहर ही खा रहा, गंद ही खा रहा। पता लग रहा ना पुत? अगे शब्द मुख चल, पूरा टाइम हो गया। आखो वाहिगुरू। मरकट मुष्टि अनाज की मन बौरारे, लीनी हाथ पसार, छूटन को सहसा परया मन बौरारे, नाच्यो घर घर बार। ये सब कुछ क्यों होया? गयो ना राम जहाज, गयो ना राम जहाज, गयो सीधा हो गया। पता लग गया भी ये सब कुछ तेरे गल तां पए ने सारे क्योंकि तू राम दा जहाज फड़ नहीं सकिया, वाहिगुरू जहाज दे उत्ते तू चढ़ नहीं सकिया। पिछला प्रमाण होर देता है, जो नलनी नलनी तोते नूं कहंदे, ज्यों नली नली जिहड़ी लमकाई हुंदी, ज्यों नलनी सूटा गयो मन बौरारे। शिकारी फड़न वाले ना तोते नूं एक नली इस तरह लमका देंदे, 2 पासियां ते बन के उहदे थल्ले एडा वड्डा बाटा पानी दा रख देंदे ते तोता आउंदा पानी पीण। आखो वाहिगुरू। उच्ची बोलो। की करना आउंदा? ते ओह 4 चफेरे वेंदा भी कोई शिकारी ते नहीं जिन्हें पानी रखिया है। ते वह नली नूं ना अपनियां इस तरह दोवें लत्तां फसा बहिंदा, पैर फसा बहिंदा है पहुंचे। हुण उन्होंने ये डर आउंदा भी जे मैं ये छड्डते तो मैं पानी च डिग पना है तो मैं मर जाना है। तो तुसी ते मैं भी यही सोचते भी जे दुनिया छड्डती तो असीं ते जींदे ही नहीं रह सकते। भाजी करिए की? आखो वाहिगुरू। जे दुनिया नाल ना रहिए, दुनिया नाल ना तुरीए तो किस तरह जीवांगे? इस तरह कहते कि नहीं लोग? बोलो ना भी जे दुनिया के फैशन ना करिए, दुनिया वांगू बोलीए ना, दुनिया वांगू रहिए ना, तो जीवांगे किस तरह?
आखो वाहिगुरू। फस गए ना, जितना तोता नली दे नाल चंबड़ गया, इतना असी दुनिया नाल चंबड़ गए। साहब जी कहते जितना सूटे ने तोते, सूटा मैंने तोता, नली फड़ ली ते उन्हें नली नूं घुट के फड़ लिया, गहियो मन बौरा रे माया ए व्यवहार। ये दुनिया की मोह माया इस तरह की है जिस तरह उन्हें, एक बार बोलो समाप्ति हो गई हुण ते, नली नूं किन्ने हालांकि छड्ड देंदा ते उड़ जांदा, मगर फड़ बैठा, छड्डण दा हुण जिगरा नहीं, फड़े च ही अपनी जिंदगी लभदा भी इतना इतना हूटे ते आउण ही डए ने। तुसीं भी सोचदे हो भी कारां च हूटे ते, बोलो ना, नहीं नहीं बड़े हौली बोले हो, कारां कूरां लईआं ने ना सारे, उच्ची बोलो ना। हूटे आ रहे ते हूटे ते लै ही रहे हैं, मगर तेनू ये नहीं पता भी ये हूटे लेंदियां लेंदियां उन्हें आ जाना ही उन्हें। आखो वाहिगुरू। ज्यों नलनी सूटा गयो मन बौरा रे माया एओ, जैसा रंग कुसुंब का मन बौरा रे। कुसुंब हुंदा है 2 मिनट का कच्चा रंग, ये दुनिया नू मन नू कह रहे, पागल नू, जैसा रंग कुसुंब का मन बौरा रे त्यों पसरियो। ये जो पसारा दुनिया का है ना, ये कच्चे रंग वर्गा है, इतना ही सदा नहीं रहनी। आखो वाहिगुरू। की आख्या मैं? ये जवानी, ये घर बार, ये दोस्त मित्र, ये तो कुसुंबे रंग वर्गे ने। महाराज पातशाह कहते तैसा पसरियो पसार, ये पसार त्यों पसारिया है जितना कच्चे रंग की होंगी भी जरा चढ़िया तो 2 मिनट च लथ गया। आख्या फिर हुण करां की? आखो वाहिगुरू। इन्हें सारिया गल्लां सुन लियां, समाप्ति करन लगा, टिक सुन। इन्हें आख्या भी मैं छड़ देना चाहता, मगर छुट्टे कितना, मैं तीर्थ यात्रा ते चल जाना। की आख्या? इहो करदे ना लोकी भी असी तो जी मूँह माया छड़ के हुण गंगा ते जाके बह जाना है, मैं बनारस बह जाना, कोई कहना मैं किते बह जाना, कोई कहना मैं किते, साडे चों भी बहुत कहते मैं हजूर साहब चल जाना है। आखो वाहिगुरू। छुट जू इतना, बोलो जी गुरु के सिखो। नामन को तीरथ घने मन बौरा रे, ये छुट्टन तो तेरा जड़ा उपाय है ना भी मैं तीर्थां ते नहा लवां। नामन को घने मने बहुते, नामन को तीरथ घने मन बौरा रे पूजन को बहु देव। पूजा करनू देवी देवते उच्ची बोलिया बहुत ने, मगर अगे जाके कह दिता ही, वेख ला चंगी तरह पढ़ ला उत्थे। कहो कबीर ये तीर्थ नात्या ते देवी देवत्यां दी, कहो कबीर छुट्टन नहीं मन बौरा रे। मेरे पागला मना, ना तीर्थ नात्या ना देवी देवत्यां दी पूजा कित्या छुट्टिया नहीं हो जाना। छुट्टू किस तरह जी? छुट्टन हर की, छुट्टन हर की सेव कहते ने सिमरन नूं। सेव कहते अकाल पुरख का कोई शरीर नहीं, चक्कर नहीं, चेन नहीं, बर नहीं, इहदियां लत्तां कितना कुटोगे? आखो वाहिगुरू। सेवा तो हुंदा मैं उहदियां लत्तां कुट्टियां, उहदे कपड़े धोते, उहदे कपड़े प्रैस करते, उहनूं प्रशादा छकाया, वो तो कुछ भी नहीं। रूप ना रेख ना रंग के त्रैगुण ते प्रभ, वो तो शरीर तो उत्ते नमस्तंग काए हाँ, काया तो रह तो उहदी सेवा करोगे। उहदी सेवा की आ? वाहिगुरू दा सिमरन। हर की टहल कमावणी, बोलो जपिए प्रभ का नाम, जपिए परमेश्वर का सिमरन करना ही अकाल पुरख की सेवा है। भुल्ला ना चतारियो। 2 लाइनां रह गई, माफ कर दियो, समा ज़्यादा हो गया। नामे पातशाह के बचन कल फिर विचारांगे। शुक्र शनि ते ऐतवार 3 दिन आप जी के होर दीदार करने ने। सतगुरु तुहाडा सारिਆਂ ਦਾ भला करे, तुहाडे परिवारां विच सुख शांति खेड़े आउण, मेरी ये अरदास है। वाहिगुरू जी का खालसा, वाहिगुरू।